ਹੈਲੋ ਫਰੈਂਡਸ, ਵੈਲਕਮ ਬੈਕ। YLS ਐਜੂਕੇਸ਼ਨ ਦੇ YouTube ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ ਦਾ ਪੇਪਰ ਖਾਸ ਪੇਪਰ ਹੈ ਸਾਡੇ ਵਾਸਤੇ। ਮੈਂ ਤੁਹਾਨੂੰ ਪਹਿਲਾਂ ਵੀ ਲਗਾਤਾਰ ਪੇਪਰ ਕਰਾ ਰਿਹਾ ਸੀਗਾ, ਕੰਟੀਨਿਊਸ ਆਪਾਂ ਪੇਪਰ ਕਰ ਰਹੇ ਹੈਗੇ। ਪਹਿਲਾਂ ਆਪਾਂ ਲੈਕਚਰ ਹਿਸਟਰੀ ਦਾ ਜਿਹੜਾ ਪੇਪਰ ਸੀਗਾ ਉਹ ਕੀਤਾ ਸੀਗਾ। ਕੱਲ ਵੀ ਆਪਾਂ ਲਾਸਟ ਕਲਾਸ ਦੇ ਵਿੱਚ ਜਿਹੜਾ ਕੀਤਾ ਸੀ ਪੋਲੀਟੀਕਲ ਸਾਇੰਸ ਦਾ ਜਿਹੜਾ ਲੇਟੈਸਟ ਜਿਹੜੀ ਵੈਕੈਂਸੀ ਆਈ ਸੀਗੀ। ਇਸ ਤੋਂ ਸੈਕਿੰਡ ਲਾਸਟ ਜਿਹੜੀ ਵੈਕੈਂਸੀ ਆਈ ਸੀ ਤਾਂ ਉਹ 3582 ਦੀ ਪੋਸਟਾਂ ਆਈਆਂ ਸੀਗੀਆਂ। 3582 ਦੀਆਂ ਪੋਸਟਾਂ ਦੇ ਵਿੱਚ ਪੋਲੀਟੀਕਲ ਸਾਇੰਸ ਦਾ ਪੋਰਸ਼ਨ ਅਜੇ ਆਪਾਂ ਕਰਾਂਗੇ। ਕਾਫੀ ਇੰਪੋਰਟੈਂਟ ਪੋਰਸ਼ਨ ਤੁਹਾਡੇ ਵਾਸਤੇ ਇਹ। ਤੁਸੀਂ ਇੱਕ ਆਈਡੀਆ ਲਾਓਗੇ ਵੀ ਤੁਸੀਂ ਇਹਨੂੰ ਮੈਚ ਕਰਕੇ, ਜਿਹੜਾ ਕੱਲ ਵਾਲਾ ਪੇਪਰ ਆਪਾਂ ਲਾਸਟ ਕੀਤਾ ਸੀਗਾ, ਤੁਸੀਂ ਇਹਦੇ ਨਾਲ ਮੈਚ ਕਰਕੇ ਦੇਖਿਓ ਵੀ ਇਸ ਪੇਪਰ ਦੇ ਵਿੱਚੋਂ 2021 ਦਾ ਪੇਪਰ ਹੋਇਆ ਸੀ ਉਹਦੇ ਵਿੱਚ ਕਿੰਨੇ ਕੁਐਸਚਨ ਪੁੱਛੇ ਗਏ ਨੇ। ਤਾਂ ਤੁਸੀਂ ਐਨਾਲਾਈਜ਼ ਜ਼ਰੂਰ ਕਰਨਾ ਸਾਰਿਆਂ ਨੇ ਇਹਦਾ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਫਸਟ ਕੁਐਸਚਨ ਹੈ, ਸੰਯੁਕਤ ਰਾਸ਼ਟਰ ਦੇ ਮੁੱਖ ਅੰਗਾਂ ਦਾ ਉਲੇਖ ਕਰਨਾ ਹੈ। ਤਾਂ ਜਿਹੜਾ UNO ਤੁਹਾਨੂੰ ਪਤਾ ਹੈ, ਕੱਲ ਵੀ ਕੁਐਸਚਨ ਆਪਾਂ ਦੇਖਿਆ ਸੀ UNO ਦਾ, ਉਹਦੇ ਵਿੱਚ ਹੈਗਾ ਸੀ ਕੁਐਸਚਨ ਇਹ। ਤਾਂ UNO ਦਾ ਤੁਹਾਨੂੰ ਪਤਾ ਵੀ 24 ਅਕਤੂਬਰ 1945 ਨੂੰ UNO ਦੀ ਸਟੈਬਲਿਸ਼ਮੈਂਟ ਹੋਈ ਹੈ। ਤੇ UNO ਦੇ ਬੇਸਿਕਲੀ 6 ਅੰਗ ਨੇ। 6 ਅੰਗਾਂ ਵਿੱਚ ਕਿਹੜੇ ਕਿਹੜੇ ਅੰਗ ਨੇ? ਜਿਵੇਂ ਫਸਟ ਇਹਦਾ ਹੈਗਾ ਮਹਾਸਭਾ, ਦੂਸਰਾ ਇਹਦਾ ਸੁਰੱਖਿਆ ਪ੍ਰੀਸ਼ਦ ਹੈ, ਤੀਸਰਾ ਇਹਦਾ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਹੈ, ਚੌਥਾ ਇਹਦਾ ਟਰਸਟੀਸ਼ਿਪ ਹੈ, ਤੇ ਪੰਜਵਾਂ ਇਹਦਾ ਅੰਤਰਰਾਸ਼ਟਰੀ ਅਦਾਲਤ ਹੈ, ਤੇ ਛੇਵਾਂ ਇਹਦਾ ਸਕੱਤਰੇਤ ਹੈ। ਤਾਂ ਦੇਖੋ ਇਹਦੇ ਵਿੱਚ ਜਨਰਲ ਅਸੈਂਬਲੀ ਹੈਗੀ, ਹਾਂ ਹੈਗਾ, ਟਰਸਟੀਸ਼ਿਪ ਵੀ ਹੈਗਾ, ਇਹਦਾ ਸੁਰੱਖਿਆ ਪ੍ਰੀਸ਼ਦ ਵੀ ਹੈਗੀ ਹੈ, ਕੌਂਸਲ ਵੀ ਹੈਗੀ ਹੈ। ਤਾਂ ਇਹਦਾ ਮਤਲਬ ਇਹਦਾ ਆਨਸਰ ਬਣ ਜੂਗਾ ਸਾਡਾ ਸਾਰੇ। ਇਹਦਾ ਆਨਸਰ ਸਾਰੇ ਬਣ ਗਿਆ। ਕੱਲ ਇੱਕ ਸਬਸਕ੍ਰਾਈਬਰ ਨੇ ਸਾਡੇ ਕਮੈਂਟ ਕੀਤਾ ਸੀਗਾ ਇਹਦੇ ਵਿੱਚ, ਮੇਰੇ ਕੱਲ ਦੀ ਵੀਡੀਓ ਦੇ ਵਿੱਚ, ਵੀ ਤੁਸੀਂ ਆਪਸ਼ਨ ਨਾ ਬੋਲਿਆ ਕਰੋ, ਸਿਰਫ ਆਨਸਰ ਹੀ ਦੱਸ ਦਿਆ ਕਰੋ ਉਹਦਾ। ਤਾਂ ਚਲੋ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਆਨਸਰ ਹੀ ਦੱਸ ਦਿਆ ਕਰਾਂ ਸਿੱਧਾ, ਪਰ ਮੈਂ ਥੋੜਾ ਇਸਨੂੰ ਸਮਝਾ ਦਿਆ ਕਰੂੰਗਾ ਚਲੋ ਇਹਦੇ ਬਾਰੇ। ਸੈਕੰਡ ਕੁਐਸਚਨ ਦੇਖੋ ਕੀ ਕਹਿੰਦਾ ਹੈ, ਸਰਕਾਰੀਆ ਕਮਿਸ਼ਨ ਸੰਬੰਧਿਤ ਸੀ। ਸਰਕਾਰੀਆ ਕਮਿਸ਼ਨ ਜਿਹੜਾ ਸੀਗਾ ਇਹ 1983 ਦੇ ਵਿੱਚ ਸਟੈਬਲਿਸ਼ ਹੋਇਆ ਸੀਗਾ, ਕੇਂਦਰ ਤੇ ਰਾਜ ਸੰਬੰਧਾਂ ਨੂੰ ਲੈ ਕੇ। ਸੁਪਰੀਮ ਕੋਰਟ ਦੇ ਰਿਟਾਇਰ ਜੱਜ ਸੀਗੇ ਰਣਜੀਤ ਸਿੰਘ ਸਰਕਾਰੀਆ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਜਿਹੜਾ ਸੀ ਉਹ ਬਣਿਆ ਸੀ, ਫਾਰਮ ਹੋਇਆ ਸੀਗਾ। ਤੇ 1987 ਦੇ ਵਿੱਚ ਇਹਨੇ ਆਪਣੀ ਰਿਪੋਰਟ ਜਿਹੜੀ ਸੀ ਉਹ ਸਰਕਾਰ ਨੂੰ ਦੇਤੀ ਸੀਗੀ। ਤਾਂ ਕਿਹੜੇ ਨੂੰ ਲੈ ਕੇ ਸੀਗਾ? ਤਾਂ ਕੇਂਦਰ ਰਾਜ ਸੰਬੰਧਾਂ ਨੂੰ ਲੈ ਕੇ ਇਹਦਾ ਗਠਨ ਜਿਹੜਾ ਸੀ ਉਹ 1983 ਦੇ ਵਿੱਚ ਰਣਜੀਤ ਸਿੰਘ ਸਰਕਾਰੀਆ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਸੀ। ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ। ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਮੈਂ ਨੋਟ ਕੀਤਾ ਹੈਗਾ, ਸਿਰਫ 5-7 ਸਟੂਡੈਂਟ ਹੀ ਹੁੰਦੇ ਨੇ ਜਿਹੜੇ ਲਗਾਤਾਰ ਬਾਰ-ਬਾਰ ਉਹੀ ਆਪਸ਼ਨ ਨੂੰ ਰਿਪੀਟ ਕਰ ਰਹੇ ਹੁੰਦੇ ਨੇ ਜਾਂ ਕੁਐਸਚਨ ਦਾ ਆਨਸਰ ਦੇ ਰਹੇ ਹੁੰਦੇ ਨੇ। ਤਾਂ ਸਾਰੇ ਕੋਸ਼ਿਸ਼ ਕਰਿਆ ਕਰੋ ਤਾਂ ਵੀ ਤੁਸੀਂ ਸਾਰੇ ਆਨਸਰ ਉਹਦਾ ਦਿਓ। ਤੇ ਮੈਂ ਕੱਲ ਵੀ ਦੇਖਿਆ ਕਈ ਸਟੂਡੈਂਟਸ ਤੇ 75 ਵਿੱਚੋਂ 73 ਸਕੋਰ ਵੀ ਕਰ ਰਹੇ ਸੀਗੇ। ਤਾਂ ਬਹੁਤ ਵਧੀਆ ਸਕੋਰ ਹੈ, ਦੇਖੋ ਇਹ ਹੈ ਨਾ। ਤੇ ਤਾਂ ਕਾਫੀ ਵਧੀਆ ਸਕੋਰ ਮੰਨਿਆ ਜਾਂਦਾ ਹੈਗਾ 73 ਜੇ ਤੁਸੀਂ ਅਚੀਵ ਕਰ ਲੈਂਦੇ ਹੋ ਤਾਂ। ਥਰਡ ਕੁਐਸਚਨ ਦੇਖਦੇ ਹਾਂ, ਪੀਪਲ ਐਕਟ 1951 ਦਾ ਜਿਹੜਾ ਸਾਡਾ ਰਿਪਰੈਜ਼ੈਂਟੇਟਿਵ ਪੀਪਲ ਐਕਟ 1951 ਦਾ, ਇਹਦਾ ਕਿਹਦੇ ਨਾਲ ਸੰਬੰਧਿਤ ਹੈ? ਤਾਂ ਚੋਣਾਂ ਕਰਾਉਣ ਦੇ ਨਾਲ ਹੈ, ਇਹ ਮਤਦਾਤਾਵਾਂ ਦੀ ਪਾਤਰਤਾ ਦੇ ਨਾਲ ਹੈ, ਮਤਦਾਤਾਵਾਂ ਦੀ ਅਯੋਗਤਾ ਦੇ ਨਾਲ ਹੈ, EVM ਦੇ ਨਾਲ ਹੈ। ਤੇ ਇਹਦਾ ਆਨਸਰ ਆਊਗਾ ਜੀ ਕੁਆਲੀਫਿਕੇਸ਼ਨ ਆਫ ਵੋਟਰਸ ਦੇ ਨਾਲ ਇਹਦਾ। ਠੀਕ ਹੈ, ਥਰਡ ਦਾ ਵੀ ਆਨਸਰ। ਫੋਰਥ ਦੇਖ ਲੈਂਦੇ ਆਪਾਂ, ਭਾਰਤ ਵਿੱਚ ਮੁੱਖ ਚੋਣ ਕਮਿਸ਼ਨਰ ਕੌਣ ਹੈ? ਤਾਂ ਇਹ 2017 ਦਾ ਪੁੱਛਿਆ ਗਿਆ। ਤਾਂ ਲਗਭਗ ਹਰ ਸਾਲ 1.5 ਸਾਲ ਦੇ ਵਿੱਚ ਜਿਹਦਾ ਕਾਰਜਕਾਲ ਥੋੜਾ ਲੰਬਾ ਹੁੰਦਾ ਕਾਰਜਕਾਲ, ਠੀਕ ਹੈ, ਉਹ ਤਾਂ ਚਲੋ 2-3 ਸਾਲ ਕੱਟ ਜਾਂਦਾ, ਅਦਰਵਾਈਜ਼ ਇਹ ਥੋੜਾ ਚੇਂਜ ਹੁੰਦੇ ਰਹਿੰਦੇ ਨੇ। ਇਸ ਕਰਕੇ ਤੁਹਾਨੂੰ ਅਪਡੇਟ ਰਹਿਣਾ ਚਾਹੀਦਾ ਇਹਦੇ ਬਾਰੇ ਵੀ ਮੁੱਖ ਚੋਣ ਕਮਿਸ਼ਨਰ ਐਟ ਪ੍ਰੈਜ਼ੈਂਟ ਸਾਡਾ ਕੌਣ ਹੈਗਾ। ਤੇ ਪਹਿਲਾਂ ਹੀ ਪੁੱਛਿਆ ਗਿਆ, ਅਗਲਾ ਕੁਐਸਚਨ ਪਹਿਲੇ ਦਾ ਹੋਊਗਾ ਇਹਦਾ। ਮੁੱਖ ਚੋਣ ਕਮਿਸ਼ਨਰ ਜੇ ਹੁਣ ਪੁੱਛੂਗਾ ਤਾਂ ਹੁਣ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਹੁਣ ਹੈਗੇ ਨੇ ਸਾਡੇ ਸੁਸ਼ੀਲ ਚੰਦਰਾ। ਠੀਕ ਹੈ, ਤਾਂ ਉਦੋਂ ਦੀ ਗੱਲ ਛੱਡੋ ਤੁਸੀਂ, ਉਦੋਂ ਵੈਸੇ ਅਚਲ ਕੁਮਾਰ ਜੋਤੀ ਸੀਗੇ, ਤਾਂ ਪਤਾ ਨਹੀਂ ਸ਼ਾਇਦ ਨਜ਼ੀਮ ਜੈਦੀ ਸੀ ਉਸ ਟਾਈਮ। ਠੀਕ ਹੈ, ਦੋਨਾਂ ਦੇ ਇੱਕ ਸੀਗਾ ਇਹ। 2017 ਦੀ ਗੱਲ ਹੈ ਇਹ, ਤਾਂ 2017 ਪੇਪਰ ਹੈ। ਐਟ ਪ੍ਰੈਜ਼ੈਂਟ ਅਸੀਂ ਯਾਦ ਰੱਖਣਾ ਸਾਡੇ 23ਵੇਂ ਨੇ ਇਹ ਸੁਸ਼ੀਲ ਚੰਦਰਾ, ਸਾਡੇ ਚੀਫ ਇਲੈਕਸ਼ਨ ਕਮਿਸ਼ਨਰ, ਮੁੱਖ ਚੋਣ ਕਮਿਸ਼ਨਰ ਜਿਹੜੇ। ਫਿਫਥ ਕੁਐਸਚਨ ਦੀ ਗੱਲ ਕਰਦੇ ਹਾਂ, ਭਾਰਤ ਵਿੱਚ ਪਹਿਲਾ ਮੁੱਖ ਚੋਣ ਕਮਿਸ਼ਨਰ ਕੌਣ ਸੀ? ਹੁਣ ਦੇਖੋ ਜਿਹੜਾ ਸਾਡਾ ਚੋਣ ਕਮਿਸ਼ਨ ਸਟੈਬਲਿਸ਼ ਹੁੰਦਾ ਹੈ ਤਾਂ ਇਹ ਆਰਟੀਕਲ ਨੰਬਰ 324 ਦੇ ਤਹਿਤ ਸਟੈਬਲਿਸ਼ ਹੁੰਦਾ ਹੈ। ਆਰਟੀਕਲ ਨੰਬਰ 324 ਦੇ ਵਿੱਚ ਸਟੈਬਲਿਸ਼ ਹੁੰਦਾ ਹੈ। ਤੇ ਇਹਦੇ ਵਿੱਚ ਇੱਕ ਕੇਂਦਰੀ ਚੋਣ ਕਮਿਸ਼ਨ ਦੀ ਗੱਲ ਕੀਤੀ ਜਾਂਦੀ ਹੈ, ਜਿਹੜਾ ਕਿ ਤਿੰਨ ਮੈਂਬਰੀ ਹੁੰਦਾ। ਮਤਲਬ ਇਹ ਸਟਾਰਟਿੰਗ ਤੋਂ ਇਹ 3 ਮੈਂਬਰੀ ਸੀਗਾ, ਫਿਰ 1989 ਦੇ ਵਿੱਚ ਇਹਨੂੰ 1 ਮੈਂਬਰ ਬਣਾ ਦਿੱਤਾ ਗਿਆ, ਤੇ 90 ਦੇ ਵਿੱਚ ਦੁਬਾਰਾ ਤੋਂ, ਮਤਲਬ 90 ਦੇ ਵਿੱਚ 1 ਮੈਂਬਰ ਸੀ, 89 ਤੱਕ 1 ਮੈਂਬਰ ਸੀ ਇਹ, 90 ਦੇ ਵਿੱਚ ਇਹ 3 ਮੈਂਬਰ ਬਣ ਗਿਆ, ਤੇ 90 ਤੋਂ ਬਾਅਦ ਹੀ ਫਿਰ ਇਹ 90 ਦੇ ਵਿੱਚ ਇਹਨੂੰ 89 ਤੱਕ 1 ਮੈਂਬਰ ਸੀ, ਫਿਰ ਇਹਨੂੰ 3 ਮੈਂਬਰ ਕਰ ਦਿੱਤਾ ਗਿਆ। 90 ਦੇ ਵਿੱਚ ਦੁਬਾਰਾ 1 ਮੈਂਬਰ ਹੋ ਗਿਆ ਇਹ, ਤੇ 93 ਦੇ ਵਿੱਚ ਦੁਬਾਰਾ ਤੋਂ 3 ਮੈਂਬਰ ਹੋ ਗਿਆ, ਤੇ ਹੁਣ ਲਗਾਤਾਰ 3 ਮੈਂਬਰ ਚੱਲਦੇ ਆ ਰਹੇ। ਤੇ ਇਹਨਾਂ 3 ਮੈਂਬਰਸ ਦੇ ਵਿੱਚ 1 ਮੈਂਬਰ ਹੁੰਦਾ ਹੈ ਮੁੱਖ ਚੋਣ ਕਮਿਸ਼ਨਰ, ਤੇ 2 ਹੁੰਦੇ ਨੇ ਚੋਣ ਕਮਿਸ਼ਨਰ। ਤਾਂ ਯਾਦ ਰੱਖਣਾ ਆਪਾਂ, ਐਟ ਪ੍ਰੈਜ਼ੈਂਟ 3 ਹੁੰਦੇ ਨੇ ਇਹਦੇ ਵਿੱਚ, 1 ਚੋਣ ਕਮਿਸ਼ਨਰ ਹੁੰਦਾ ਹੈ, ਮੁੱਖ ਚੋਣ ਕਮਿਸ਼ਨਰ ਹੁੰਦਾ, ਤੇ 2 ਇਹਦੇ ਚੋਣ ਕਮਿਸ਼ਨਰ ਹੁੰਦੇ ਨੇ ਨਾ। ਤਾਂ ਪਹਿਲਾ ਕੌਣ ਸੀਗਾ? ਪਹਿਲਾ ਸੀਗਾ ਸੁਕੁਮਾਰ ਸੇਨ। ਕਿਹੜੀ ਲੇਡੀਜ਼, ਕੋਈ ਲੇਡੀਜ਼ ਬਣੀ ਹੈ ਕਿ ਹੁਣ ਤੱਕ? ਹਾਂ ਬਣੀ, ਇੱਕ ਵਾਰ ਰਮਾ ਦੇਵੀ ਬਣੀ ਸੀ, ਕੁਝ ਮੰਥ ਉਹਨਾਂ ਦਾ ਕਾਰਜਕਾਲ ਸੀਗਾ, ਮਹੀਨਾ ਸਵਾ ਮਹੀਨੇ ਰਹੇ ਨੇਗੇ, ਤਾਂ ਇੱਕਮਾਤਰ ਲੇਡੀਜ਼ ਹੋਏ ਨੇ ਜਿਹੜੇ ਮੁੱਖ ਚੋਣ ਕਮਿਸ਼ਨਰ ਰਹੇ ਨੇ। 6 ਕੁਐਸਚਨ ਦੇਖਦੇ ਹਾਂ। ਨੋਟਾ ਵਾਜ ਦਾ ਫਸਟ ਯੂਜ਼ ਇਨ ਇਲੈਕਸ਼ਨ 5 ਸਟੇਟਸ। ਠੀਕ ਹੈ, ਤਾਂ
ਪਹਿਲੀ ਵਾਰ ਜਿਹੜੀ ਨੋਟਾਂ ਦਾ ਜਿਹੜਾ ਯੂਜ਼ ਕੀਤਾ ਗਿਆ ਸੀ ਤਾਂ ਉਹ 5 ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਕੀਤਾ ਗਿਆ ਸੀਗਾ। ਤਾਂ ਉਹ ਕਿਹੜੇ ਦੇ ਵਿੱਚ ਕੀਤਾ ਗਿਆ ਸੀ? ਤਾਂ ਨਵੰਬਰ 13 ਦੇ ਵਿੱਚ ਹੈ, ਦਸੰਬਰ 13 ਦੇ ਵਿੱਚ ਹੈ, ਜਾਂ ਨਵੰਬਰ 14 ਦੇ ਵਿੱਚ ਹੈ, ਦਸੰਬਰ 14? ਇਹਦਾ ਆਨਸਰ ਆਊਗਾ ਜੀ ਨਵੰਬਰ 13 ਦੇ ਵਿੱਚ ਇਹਦਾ ਯੂਜ਼ ਕੀਤਾ ਗਿਆ ਸੀ 5 ਇਲੈਕਸ਼ਨ ਦੇ ਵਿੱਚ। 7 ਨੰਬਰ ਕੁਐਸਚਨ ਹੈ, ਭਾਰਤ ਵਿੱਚ ਸਧਾਰਨ ਚੋਣ ਇਸ ਆਧਾਰ ਤੇ ਕੀਤੀ ਜਾਂਦੀ ਹੈ, ਜਿਹੜੀ ਕਾਮਨ ਸਾਡੀ ਇਲੈਕਸ਼ਨ ਹੁੰਦੀ, ਕਾਮਨ ਇਲੈਕਸ਼ਨ ਮੀਨਸ ਚਾਹੇ ਉਹ ਲੋਕ ਸਭਾ ਦੀ ਇਲੈਕਸ਼ਨ ਹੋਗੀ, ਚਾਹੇ ਉਹ ਰਾਜ ਸਭਾ ਦੀ ਇਲੈਕਸ਼ਨ ਹੋਗੀ, ਤਾਂ ਕਿਸ ਆਧਾਰ ਤੇ ਕੀਤੀ ਜਾਂਦੀ ਹੈ ਉਹ? ਤਾਂ ਉਹ ਕੀਤੀ ਜਾਂਦੀ ਜੀ ਬਾਲਗ ਮਤ ਅਧਿਕਾਰ। ਬਾਲਗ ਮਤ ਅਧਿਕਾਰ, ਯੂਨੀਵਰਸਲ ਬਾਲਗ ਮਤ ਅਧਿਕਾਰ ਵੈਸੇ, ਠੀਕ ਹੈ। ਤਾਂ ਇੱਥੇ ਯੂਨੀਵਰਸਲ, ਹਾਂ ਸਰ, ਇੱਥੇ ਸਰਵ ਵਿਆਪਕ ਮਤ ਅਧਿਕਾਰ ਨਹੀਂ, ਸਰ ਯੂਨੀਵਰਸਲ ਐਡਲਟ। ਇੱਥੇ ਦੇਖੋ ਵੈਸੇ ਤਾਂ ਆਨਸਰ ਇਹਦਾ ਇਹ ਬਣਨਾ ਚਾਹੀਦਾ ਕਿਉਂਕਿ ਇੰਗਲਿਸ਼ ਤਾਂ ਸਹੀ ਹੈ, ਪਰ ਇੱਥੇ ਸਰਵ ਵਿਆਪਕ ਮਤ ਅਧਿਕਾਰ, ਤਾਂ ਇੱਥੇ ਬਾਲਗ ਮਤ ਅਧਿਕਾਰ ਜੇ ਹੁੰਦਾ ਤਾਂ ਇਹ ਸਹੀ ਹੁੰਦਾ, ਠੀਕ ਹੈ। ਵੈਸੇ ਆਨਸਰ ਇੰਗਲਿਸ਼ ਦੇ ਅਕੋਰਡਿੰਗ ਦਾ ਸਹੀ ਬਣਦਾ, ਤਾਂ ਇਹਦਾ ਆਨਸਰ ਡੀ ਬਣੂਗਾ ਫਿਰ, ਠੀਕ ਹੈ, ਕਿਉਂਕਿ ਇਹਨੇ ਸਰਵ ਵਿਆਪਕ ਮਤ ਅਧਿਕਾਰ ਦੀ ਗੱਲ ਨਹੀਂ। ਸਰਵ ਵਿਆਪਕ ਮਤ ਅਧਿਕਾਰ ਦਾ ਮਤਲਬ ਹੁੰਦਾ ਕਿ ਸਾਰਿਆਂ ਨੂੰ ਅਧਿਕਾਰ ਮਿਲਿਆ ਹੋਇਆ ਹੈ, ਚਾਹੇ ਬੱਚੇ ਨੇ, ਚਾਹੇ ਉਹ ਬੁੱਢੇ ਨੇਗੇ, ਚਾਹੇ ਛੋਟੇ ਨੇ, ਚਾਹੇ ਵੱਡੇ ਨੇ ਉਹ। ਪਰ ਇੱਥੇ ਦਾ ਆਨਸਰ ਇੰਗਲਿਸ਼ ਦੇ ਅਕੋਰਡਿੰਗ ਸਹੀ ਬਣਦਾ ਯੂਨੀਵਰਸਲ ਐਡਲਟ, ਮਤਲਬ ਜਿਹੜੇ ਬਾਲਗ ਨੇ, ਬਾਲਗ ਮਤ ਅਧਿਕਾਰ ਦੇ ਉੱਪਰ ਭਾਰਤ ਦੇ ਵਿੱਚ ਕਿਸੇ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਂਦਾ ਹੈ। ਤੁਹਾਨੂੰ ਪਤਾ ਹੈ ਵੀ 61 ਅਮੈਂਡਮੈਂਟ ਹੋਈ ਸੀਗੀ 1988 ਦੇ ਵਿੱਚ ਰਾਜੀਵ ਗਾਂਧੀ ਸਰਕਾਰ ਦੇ ਵਿੱਚ, ਤਾਂ ਉਸ ਟਾਈਮ ਵੋਟ ਪਾਉਣ ਦੀ ਜਿਹੜੀ ਉਮਰ ਸੀ ਉਹ 21 ਸਾਲ ਸੀ, ਉਹਨੂੰ ਘਟਾ ਕੇ 18 ਸਾਲ ਕਰ ਦਿੱਤਾ ਗਿਆ ਸੀ। ਐਟ ਪ੍ਰੈਜ਼ੈਂਟ 18 ਸਾਲ ਹੈ। 8 ਨੰਬਰ ਕੁਐਸਚਨ ਦੇਖਦੇ ਹਾਂ, ਭਾਰਤੀ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ। ਦੇਖੋ ਬਹੁਤ ਇੰਪੋਰਟੈਂਟ ਹੈ, ਬਹੁਤ ਵਾਰੀ ਕੁਐਸਚਨ ਦੇ ਅਲੱਗ-ਅਲੱਗ ਕੁਐਸਚਨ ਦੇ ਵਿੱਚ ਪੁੱਛਿਆ ਜਾਂਦਾ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਹੈ। ਤਾਂ ਸੰਵਿਧਾਨ ਦੀਆਂ ਕੁਝ ਇੰਪੋਰਟੈਂਟ ਕਮੇਟੀਆਂ ਸੀ, ਜਿਵੇਂ ਸੰਘ ਸੰਵਿਧਾਨ ਕਮੇਟੀ ਹੈ, ਤਾਂ ਉਹਦੇ ਪ੍ਰਧਾਨ ਸੀਗੇ ਪੰਡਿਤ ਨਹਿਰੂ। ਰਾਜ ਦਾ ਸੰਵਿਧਾਨ ਜਿਹੜੀ ਸੀ ਉਹਦਾ ਪ੍ਰਧਾਨ ਜਿਹੜੇ ਸੀਗੇ ਉਹ ਸੀਗੇ ਸਾਡੇ ਸਰਦਾਰ ਵੱਲਭ ਭਾਈ ਪਟੇਲ ਦਾ। ਇਸ ਤਰ੍ਹਾਂ ਝੰਡਾ ਕਮੇਟੀ ਸੀਗੀ, ਰਾਜਸਥਾਨ ਸੰਬੰਧੀ ਕਮੇਟੀ ਸੀ, ਰਜਿੰਦਰ ਪ੍ਰਸਾਦ ਦੀ ਕਮੇਟੀ ਦੇ ਪ੍ਰਧਾਨ ਸੀਗੇ। ਤਾਂ 8-9 ਕਮੇਟੀਆਂ ਇਸ ਤਰ੍ਹਾਂ ਦੀਆਂ ਇੰਪੋਰਟੈਂਟ ਕਮੇਟੀਆਂ ਨੇਗੀਆਂ, ਇਹਨਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਇੱਕ ਪੈਟਰਨ ਦਾ ਸਾਨੂੰ ਪਤਾ ਲੱਗ ਜਾਂਦਾ ਵੀ ਕਿਸ ਪੈਟਰਨ ਦੇ ਕੁਐਸਚਨ ਉਹ ਪੁੱਛ ਸਕਦਾ ਹੈਗਾ। ਤਾਂ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਸਭ ਨੂੰ ਪਤਾ ਹੋਊਗਾ, ਡਾਕਟਰ BR ਅੰਬੇਦਕਰ ਇਹਦੇ ਚੇਅਰਮੈਨ ਸੀਗੇ। 9 ਨੰਬਰ ਕੁਐਸਚਨ ਦੇਖਦੇ ਹਾਂ, 26 ਨਵੰਬਰ 1949 ਨੂੰ ਭਾਰਤ ਦੇ ਸੰਵਿਧਾਨ ਪਾਸ ਘੋਸ਼ਿਤ ਹੋਇਆ ਸੀ, ਪ੍ਰਭਾਵ 'ਚ ਲਿਆਂਦਾ ਗਿਆ ਸੀ, ਪਹਿਲੀ ਵਾਰ ਸੰਸ਼ੋਧਿਤ ਕੀਤਾ ਗਿਆ ਸੀ। A ਤੇ B ਦੋਨੋਂ। ਦੇਖੋ ਇਹਦੇ ਵਿੱਚ ਕੀ ਆਊਗਾ, ਸਾਨੂੰ ਪਤਾ ਹੈ ਵੀ 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਜਿਹੜਾ ਸੀ ਉਹ ਪਾਸ ਹੋਇਆ ਸੀਗਾ, ਠੀਕ ਹੈ, ਬਣ ਕੇ ਤਿਆਰ ਹੋ ਗਿਆ ਸੀ, ਪਾਸ ਹੋ ਗਿਆ ਸੀ ਮਤਲਬ, ਤੇ ਪ੍ਰਭਾਵ 'ਚ ਇਹਨੂੰ ਲਿਆਂਦਾ ਗਿਆ ਸੀ 26 ਜਨਵਰੀ ਨੂੰ 1950 ਦੀ ਤਰੀਕ ਨੂੰ। ਤਾਂ ਇਸ ਕਰਕੇ ਇਹ ਤਾਂ ਆਪਸ਼ਨ ਆ ਹੀ ਨਹੀਂ ਸਕਦੀ ਹੈਗੀ, A ਤੇ B ਦੀ ਆਪਸ਼ਨ ਨਹੀਂ ਬਣ ਸਕਦੀ। ਜਿਹੜੀ ਪਹਿਲੀ ਅਮੈਂਡਮੈਂਟ ਹੋਈ ਸੀ 1951 ਦੇ ਵਿੱਚ ਹੋਈ ਸੀ, ਇਸ ਕਰਕੇ ਆਪਸ਼ਨ ਨਹੀਂ ਬਣੂਗੀ। ਤਾਂ ਆਨਸਰ ਬਣੂਗਾ ਜੀ ਪਾਸ ਘੋਸ਼ਿਤ ਕੀਤਾ ਗਿਆ ਸੀ। 10th ਨੰਬਰ ਕੁਐਸਚਨ, ਭਾਰਤੀ ਸੰਵਿਧਾਨ ਦਾ ਖਾਕਾ ਕਿਸ ਨੂੰ ਕਿਹਾ ਜਾਂਦਾ ਹੈ? ਠੀਕ ਹੈ, ਇਹ ਖਾਕੇ ਦਾ ਮਤਲਬ ਕੀ ਹੈ? ਇਹ ਕੁਐਸਚਨ ਕੀ ਕਹਿਣਾ ਚਾਹੁੰਦਾ ਹੈ ਵੀ ਭਾਰਤੀ ਸੰਵਿਧਾਨ ਦੇ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਕਿਹਦਾ ਪਿਆ ਸੀਗਾ? ਤਾਂ ਸਾਨੂੰ ਪਤਾ ਹੈ ਵੀ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਅਲੱਗ-ਅਲੱਗ ਦੇਸ਼ਾਂ ਦੇ ਸੰਵਿਧਾਨ ਤੋਂ ਬੋਰੋ ਕੀਤਾ ਗਿਆ, ਪਰ ਸਭ ਤੋਂ ਜ਼ਿਆਦਾ ਸੰਵਿਧਾਨ ਦੇ ਉੱਪਰ ਸਾਡੇ ਭਾਰਤੀ ਸੰਵਿਧਾਨ ਦੇ ਉੱਪਰ ਜੇ ਕਿਸੇ ਸੰਵਿਧਾਨ ਦਾ ਅਸਰ ਪਿਆ ਹੈਗਾ ਤਾਂ ਉਹ 1935 ਦੇ ਐਕਟ ਦਾ ਪਿਆ ਹੈਗਾ। ਗਵਰਨਮੈਂਟ ਐਕਟ, ਭਾਰਤੀ ਗਵਰਨਮੈਂਟ ਐਕਟ 1935 ਦਾ ਸੀਗਾ, ਜਿਹੜਾ ਅੰਗਰੇਜ਼ੀ ਕਾਲ 'ਚ ਬਣਿਆ ਸੀਗਾ। ਇਹਦੇ ਵਿੱਚ ਇਹ ਮੰਨ ਲਓ ਵੀ ਅਸੀਂ ਲਗਭਗ 250 ਦੇ ਕਰੀਬ ਜਿਹੜੇ ਆਰਟੀਕਲਸ ਨੇ ਸਾਡੇ ਸੰਵਿਧਾਨ ਦੇ ਉਹ ਇੱਥੋਂ ਅਸੀਂ ਉਧਾਰ ਲਏ ਹੈ। 11 ਨੰਬਰ ਕੁਐਸਚਨ ਦੇਖ ਲੈਂਦੇ ਹਾਂ, ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਹਨ, ਜਿਵੇਂ ਕਿ ਇਕਾਤਮਕਤਾ, ਸੰਘੀ, ਇਕਾਤਮਕ ਵਿਸ਼ੇਸ਼ਤਾਵਾਂ ਦੇ ਨਾਲ ਸੰਘੀ ਪ੍ਰਬੰਧ, ਜਾਂ ਸੰਘੀ ਪ੍ਰਣਾਲੀ ਦੇ ਨਾਲ ਇਕਾਤਮਕ ਸ਼ਕਤੀਆਂ ਨੇਗੀਆਂ, ਠੀਕ ਹੈ। ਤਾਂ ਇਹਦੇ ਵਿੱਚ ਦੇਖੋ ਕੀ ਆਉਣਾ, ਤੁਹਾਨੂੰ ਲੱਗ ਰਿਹਾ ਵੀ ਡਾਊਟਫੁਲ ਹੋਗਾ ਕੁਐਸਚਨ ਹੈ ਨਾ। ਤਾਂ ਜਿਹੜਾ ਸਾਡਾ ਸੰਵਿਧਾਨ ਹੈ ਇਹ ਸੰਘੀ ਪ੍ਰਣਾਲੀ ਦੇ ਨਾਲ ਇਕਾਤਮਕ ਸ਼ਕਤੀਆਂ ਵੀ ਰੱਖਦਾ ਹੈ, ਹੈਗੀ ਸੰਘੀ ਪ੍ਰਣਾਲੀ ਹੈ, ਠੀਕ ਹੈ, ਪਰ ਸਿਸਟਮ ਕੀ ਸਾਡੇ ਇੱਥੇ ਇੱਕ ਮਤਲਬ ਕਈ ਵਾਰ ਸਾਡਾ ਸੰਵਿਧਾਨ ਜਿਹੜਾ ਹੁੰਦਾ, ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਭਾਰਤ ਦਾ ਸੰਵਿਧਾਨ ਕਹਿਣ ਨੂੰ ਸੰਘਾਤਮਕ ਪਰ ਅਸਲ 'ਚ ਇਕਾਤਮਕ ਹੈ। ਮਤਲਬ ਕਈ ਵਾਰ ਕੀ ਹੁੰਦਾ, ਆਪਾਤਕਾਲ ਦੇ ਦੌਰਾਨ ਜਿਹੜਾ ਰਾਜਾਂ ਦੀਆਂ ਸ਼ਕਤੀਆਂ ਨਹੀਂ ਉਹ ਕਿਹਦੇ ਕੋਲ ਚਲੀਆਂ ਜਾਂਦੀਆਂ ਨੇ, ਕੇਂਦਰ ਕੋਲ ਚਲੀਆਂ ਜਾਂਦੀਆਂ ਨੇ। ਤੁਹਾਡਾ ਆਨਸਰ ਆਊਗਾ ਜੀ ਡੀ ਆਨਸਰ। 12 ਨੰਬਰ ਕੁਐਸਚਨ ਦੇਖਦੇ ਹਾਂ, ਭਾਰਤੀ ਸੰਵਿਧਾਨ ਦੀ ਚੌਥੀ ਅਨੁਸੂਚੀ। ਦੇਖੋ ਅਨੁਸੂਚੀਆਂ ਬਾਰੇ ਕੁਐਸਚਨ ਪੁੱਛੇ ਜਾ ਰਹੇ ਨੇ, ਤਾਂ ਤੁਹਾਨੂੰ ਸਾਰੀਆਂ ਅਨੁਸੂਚੀਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਭਾਰਤੀ ਸੰਵਿਧਾਨ ਦੀ ਚੌਥੀ ਅਨੁਸੂਚੀ ਸੰਬੰਧਿਤ ਹੈ, ਕਿਹਦੇ ਨਾਲ ਸੰਬੰਧਿਤ ਹੈ? ਤਾਂ ਇਹ ਆਊਗਾ ਜੀ ਆਨਸਰ ਰਾਜ ਸਭਾ ਦੇ ਵਿੱਚ ਸੀਟਾਂ ਦੀ ਵੰਡ ਦੇ ਨਾਲ, ਠੀਕ ਹੈ। ਤਾਂ ਇਹ ਸਾਰੀਆਂ ਅਨੁਸੂਚੀਆਂ ਤੁਹਾਨੂੰ ਪਤਾ ਹੋਣਾ ਚਾਹੀਦੀਆਂ ਕ੍ਰਮਵਾਰ ਵੀ ਕਿਹੜੀ ਸੂਚੀਆਂ ਦੇ ਵਿੱਚ ਕੀ ਦਿੱਤਾ ਗਿਆ। ਜਿਵੇਂ ਪਹਿਲੀ ਅਨੁਸੂਚੀ ਦੇ ਵਿੱਚ ਕੀ ਹੈ, ਸੰਘ ਤੇ ਉਸਦੇ ਰਾਜ ਖੇਤਰਾਂ ਦਾ ਵਰਣਨ ਕੀਤਾ ਗਿਆ। ਦੂਸਰੀ ਦੇ ਵਿੱਚ ਕੀ ਹੈ, ਵੇਤਨ ਭੱਤੇ, ਜਿਹੜੇ ਸਾਡੇ ਸੰਵਿਧਾਨ ਦੇ ਅਲੱਗ-ਅਲੱਗ ਅਧਿਕਾਰੀ ਨੇ ਉਹਨਾਂ ਦੇ ਵੇਤਨ ਭੱਤਿਆਂ ਦਾ ਵਰਣਨ ਕੀਤਾ ਗਿਆ। ਤੀਸਰੀ ਦੇ ਵਿੱਚ ਉਹਨਾਂ ਦੇ ਜਿਹੜੇ ਸਾਡੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਰਾਜਪਾਲ ਨੂੰ ਜੇ ਛੱਡ ਦਈਏ ਤਾਂ ਬਾਕੀ ਜਿੰਨੇ ਵੀ ਸਾਡੇ ਸੰਵਿਧਾਨਿਕ ਅਹੁਦਿਆਂ ਤੇ ਬੈਠੇ ਹੋਏ ਅਧਿਕਾਰੀ ਨੇ ਉਹਨਾਂ ਦੀ ਸਹੁੰ ਦਾ ਸਟਰਕਚਰ ਹੈ। ਚੌਥੀ ਦੇ ਵਿੱਚ ਕੀ ਹੈ, ਚੌਥੀ ਦੇ ਵਿੱਚ ਰਾਜ ਸਭਾ ਦੇ ਵਿੱਚ ਸੀਟਾਂ ਦੀ ਵੰਡ ਦਿੱਤੀ ਗਈ ਹੈ। ਪੰਜਵੀਂ ਸੂਚੀ ਦੇ ਵਿੱਚ ਕੀ ਹੈ, ਜਿਹੜੇ ਸਾਡੇ SC ST ਨੇ ਉਹਨਾਂ ਦੇ ਖੇਤਰਾਂ ਦਾ ਪ੍ਰਬੰਧ ਕਰਨਾ ਹੈਗਾ, ਇਹ ਰਾਸ਼ਟਰਪਤੀ ਦੁਆਰਾ ਕੀਤਾ ਜਾਊਗਾ ਰਾਜਪਾਲ ਦੀ ਸਿਫਾਰਿਸ਼ ਤੇ। 6ਵੀਂ ਸੂਚੀ ਦੇ ਵਿੱਚ ਅਸਮ, ਮੇਘਾਲਿਆ, ਮਿਜ਼ੋਰਮ ਤੇ ਤ੍ਰਿਪੁਰਾ ਦੇ ਵਿੱਚ ਜਿਹੜੇ 4 ਸਟੇਟਸ ਨੇਗੀਆਂ ਉਹਨਾਂ ਦੇ ਵਿੱਚ ST ਜਿਹੜੇ ਖੇਤਰ ਨੇ ਉਹਨਾਂ ਦਾ ਪ੍ਰਬੰਧ ਕਰਨਾ। ਤੇ 7ਵੀਂ ਸੂਚੀ ਸ਼ਕਤੀਆਂ ਦੀ ਵੰਡ ਕਰਦੀ ਹੈ।
8ਵੀਂ ਸੂਚੀ ਦੇ ਵਿੱਚ ਕੀਤਾ ਗਿਆ, 8ਵੀਂ ਦੇ ਵਿੱਚ ਭਾਸ਼ਾਵਾਂ ਦਾ ਵਰਣਨ ਕੀਤਾ ਗਿਆ, 9ਵੀਂ ਦੇ ਵਿੱਚ 284 ਵਿਸ਼ੇ ਇਸ ਪ੍ਰਕਾਰ ਦੇ ਨੇ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ, ਤਾਂ ਇਹਨੂੰ ਫਸਟ ਅਮੈਂਡਮੈਂਟ ਦੇ ਦੁਆਰਾ ਜੋੜਿਆ ਗਿਆ ਸੀਗਾ। ਤੇ 10ਵੀਂ ਦੇ ਵਿੱਚ ਕੀ ਹੈ, ਦਲ ਬਦਲ, ਠੀਕ ਹੈ, ਦਲ ਬਦਲ ਜਿਹੜਾ ਜੋੜਿਆ ਗਿਆ ਸੀ 52 ਅਮੈਂਡਮੈਂਟ 1985 ਦੇ ਵਿੱਚ ਹੋਈ ਸੀ, ਇਹਦੇ ਤਹਿਤ ਜੋੜਿਆ ਗਿਆ ਸੀ ਇਹਨੂੰ। ਤੇ 11ਵੀਂ ਸੂਚੀ ਸਾਡੀ ਕੀ ਕਹਿੰਦੀ ਹੈ, 11ਵੀਂ ਦੇ ਵਿੱਚ ਪੰਚਾਇਤੀ ਰਾਜ ਹੈ ਜਿਹੜਾ 73 ਅਮੈਂਡਮੈਂਟ 1992 ਦੇ ਦੁਆਰਾ ਜੋੜਿਆ ਗਿਆ। ਤੇ 12ਵੀਂ ਦੇ ਵਿੱਚ ਜਿਹੜਾ ਸਾਡਾ 74ਵੀਂ ਅਮੈਂਡਮੈਂਟ ਜਿਹੜੀ ਕੀਤੀ ਗਈ ਸੀ 1992 ਦੀ, ਉਹ ਨਗਰਪਾਲਿਕਾਵਾਂ ਦੇ ਨਾਲ ਸੰਬੰਧਿਤ ਹੈ, ਠੀਕ ਹੈ। ਤਾਂ ਇਹ ਸਾਰੀ ਸੂਚੀਆਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦੇ ਬਾਰੇ। 13ਵਾਂ ਕੁਐਸਚਨ ਦੇਖਦੇ ਹਾਂ, 11ਵੀਂ ਸੂਚੀ ਦੇਖੋ 11ਵੀਂ ਦਾ ਆ ਗਿਆ ਨਾ, ਤਾਂ ਕਿਹਦੇ ਨਾਲ ਸੰਬੰਧਿਤ ਹੈ ਤੁਹਾਨੂੰ ਪਤਾ ਲੱਗ ਗਿਆ, ਤਾਂ ਪੰਚਾਇਤਾਂ ਦੇ ਨਾਲ ਸੰਬੰਧਿਤ ਹੈ ਨਾ। 14 ਨੰਬਰ ਕੁਐਸਚਨ ਦੇਖ ਲੈਂਦੇ ਆਪਾਂ, ਭਾਰਤੀ ਸੰਵਿਧਾਨ ਦਾ ਪ੍ਰਾਤਕਨ ਆਰੰਭ ਹੁੰਦਾ ਹੈ ਹਨਾ, ਮਤਲਬ ਭਾਰਤੀ ਸੰਵਿਧਾਨ ਕਿੱਥੋਂ ਕਿਸ ਸ਼ਬਦਾਂ ਦੇ ਨਾਲ ਆਰੰਭ ਹੁੰਦਾ ਹੈ। ਤਾਂ ਸਾਡਾ ਜਿਹੜਾ ਸਾਡੀ ਜਿਹੜੀ ਪ੍ਰਸਤਾਵਨਾ ਹੈਗੀ ਉਹ ਸਭ ਤੋਂ ਪਹਿਲਾਂ ਸਟਾਰਟਿੰਗ ਤੋਂ ਕਿੱਥੋਂ ਆਰੰਭ ਹੁੰਦੀ ਹੈ, ਸ਼ੁਰੂ ਤੋਂ ਕਿੱਥੋਂ ਆਰੰਭ ਹੁੰਦੀ ਹੈ, ਉਹ ਮਤਲਬ ਆਰੰਭ ਹੁੰਦੀ ਹੈ ਉਹ ਤਾਂ ਵੀ ਆਰ ਦਾ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ, ਅਸੀਂ ਭਾਰਤ ਦੇ ਲੋਕਾਂ ਤੋਂ ਇਹ ਹੁੰਦੀ ਹੈ। ਤਾਂ ਇੰਗਲਿਸ਼ ਵੀ ਆਰ ਦਾ ਪੀਪਲ ਆਫ ਇੰਡੀਆ, ਠੀਕ ਹੈ। ਤਾਂ ਆਨਸਰ ਆਊਗਾ ਜੀ ਸੀ ਆਨਸਰ। 15ਵਾਂ ਕੁਐਸਚਨ ਦੇਖ ਲੈਂਦੇ ਹਾਂ, 42ਵੀਂ ਸ਼ੋਧ ਐਕਟ 1976 ਭਾਰਤੀ ਸੰਵਿਧਾਨ ਦੇ ਵਿੱਚ ਮਤਲਬ ਜਿਹੜੀ 42ਵੀਂ ਸ਼ੋਧ ਸੀ ਸਾਡੀ, ਉਸ ਤੋਂ ਪਹਿਲਾਂ ਸਾਡੇ ਹੁਣ ਦੇਖੋ ਜਿਹੜੀ ਪ੍ਰਸਤਾਵਨਾ ਸਾਡੀ, ਤਾਂ ਪ੍ਰਸਤਾਵਨਾ ਜਿਹੜੀ ਸ਼ੁਰੂ ਹੁੰਦੀ ਹੈ ਤਾਂ ਉਹ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਪ੍ਰਭੂਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਘੋਸ਼ਿਤ ਕਰਦੇ ਹਾਂ। ਤਾਂ ਇਸ ਤੋਂ ਪਹਿਲਾਂ ਜਿਹੜੇ ਸ਼ਬਦ ਸੀ ਇਹ 2 ਸ਼ਬਦ ਇਹਦੇ ਵਿੱਚੋਂ ਨਹੀਂ ਸੀਗੇ, ਤਾਂ ਉਹ ਕਿਹੜੇ ਸ਼ਬਦ ਨਹੀਂ ਸੀ ਇਹਦੇ ਵਿੱਚ, ਇੱਕ ਤਾਂ ਧਰਮ ਨਿਰਪੱਖ ਸ਼ਬਦ ਨਹੀਂ ਸੀਗਾ, ਇੱਕ ਸਮਾਜਵਾਦੀ ਸ਼ਬਦ ਉਹ 'ਚ ਨਹੀਂ ਸੀਗਾ, ਠੀਕ ਹੈ। ਤਾਂ ਇਹਦੇ ਵਿੱਚ ਕਿਹੜੇ ਸ਼ਬਦ ਸੀਗੇ, ਤਾਂ ਇੱਕ ਪ੍ਰਭੂਤਾ, ਲੋਕਤੰਤਰੀ ਤੇ ਗਣਰਾਜ। ਇਹਦੇ ਪ੍ਰਭੂਤਾ ਤੋਂ ਬਾਅਦ 2 ਸ਼ਬਦ ਹੋਰ ਜੋੜੇ ਗਏ ਨੇ, ਇੱਕ ਸਮਾਜਵਾਦੀ ਜੋੜਿਆ ਗਿਆ ਤੇ ਇੱਕ ਧਰਮ ਨਿਰਪੱਖਤਾ ਸ਼ਬਦ। ਹੁਣ ਇਹ 5 ਸ਼ਬਦਾਂ ਦੇ ਸੁਮੇਲ ਨਾਲ ਸਾਡੀ ਪ੍ਰਸਤਾਵਨਾ ਜਿਹੜੀ ਹੈ, ਜਾਂ 5 ਜਿਹੜੇ ਮੇਨ ਸ਼ਬਦ ਬਣਦੇ ਆ ਪ੍ਰਸਤਾਵਨਾ 'ਚ, ਉਹ ਸਾਡੇ ਬਣਦੇ ਨੇ। ਕੰਟੀਨਿਊ ਇਹ ਵੀ ਯਾਦ ਰੱਖਣਾ ਆਪਾਂ ਕਿਹੜੇ ਸ਼ਬਦ ਨੇ। 16 ਨੰਬਰ ਕੁਐਸਚਨ ਦੇਖ ਲੈਂਦੇ ਆ, ਭਾਰਤ ਦੇ ਸੰਵਿਧਾਨ ਦਾ ਮੁੱਢਲਾ ਢਾਂਚਾ ਸੰਬੰਧਿਤ ਹੈ। ਹੁਣ ਬੇਸਿਕ ਜਿਹੜਾ ਸਟਰਕਚਰ ਹੈ ਤਾਂ ਇਹ 1973 ਦਾ ਕਈ ਵਾਰ ਗੱਲ ਹੋ ਚੁੱਕੀ ਹੈ, ਇਹ ਕੇਸ ਹੋਇਆ ਸੀ ਕੇਸ਼ਵਾਨੰਦ ਭਾਰਤੀ, ਤਾਂ ਉਹਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਸਾਨੂੰ ਬੇਸਿਕ ਸਟਰਕਚਰ ਦਾ ਕੰਸੈਪਟ ਦਿੱਤਾ ਸੀਗਾ ਕੇਸ਼ਵਾਨੰਦ ਭਾਰਤੀ ਮਾਮਲੇ ਦੇ ਵਿੱਚ, ਤੇ ਆਨਸਰ ਆ ਜੂ ਜੀ ਕੇਸ਼ਵਾਨੰਦ ਭਾਰਤੀ। 17 ਨੰਬਰ ਕੁਐਸਚਨ ਦੇਖਦੇ ਹਾਂ, ਮੰਡਲ ਕਮਿਸ਼ਨ ਸੰਬੰਧਿਤ ਹੈ। ਹੁਣ ਮੰਡਲ ਕਮਿਸ਼ਨ ਦਾ ਜਿਹੜਾ ਗਠਨ ਹੋਇਆ ਸੀ ਉਹ 1978 ਦੇ ਵਿੱਚ ਕੀਤਾ ਗਿਆ ਸੀਗਾ ਬੀਪੀ ਮੰਡਲ ਦੀ ਅਗਵਾਈ ਦੇ ਵਿੱਚ। ਤਾਂ ਕਿਹਦੇ ਨਾਲ ਸੰਬੰਧਿਤ ਸੀ, ਇਹ BC ਕੈਟਾਗਰੀ ਜਾਂ ਫਿਰ OBC ਕੈਟਾਗਰੀ ਨਾਲ ਸੰਬੰਧਿਤ ਸੀ, ਪਹਿਲਾਂ ਵੀ ਕੁਐਸਚਨ ਕਰ ਚੁੱਕੇ ਆਪਾਂ ਇਹਦੇ ਬਾਰੇ। ਤਾਂ ਦੇਖੋ ਕਿਹਦੇ ਨਾਲ ਆਊਗਾ, ਅਲਪ ਸੰਖਿਅਕ ਪਿਛੜੇ ਵਰਗਾਂ ਨਾਲ, ਤਾਂ ਬੈਕਵਰਡ ਕਲਾਸਿਸ ਦੇ ਨਾਲ ਸੰਬੰਧਿਤ ਹੈ। ਆਨਸਰ ਸਿੰਪਲ ਹੈ ਇਹਦਾ, ਆਪਸ਼ਨ ਦੱਸ ਦਿਆ ਕਰੋ ਬਈ ਸਾਰੇ। 18 ਨੰਬਰ ਦੇਖਦੇ ਹਾਂ, ਸਾਮਵਾਦੀ ਘੋਸ਼ਣਾ ਪੱਤਰ ਕਿਹਨੇ ਲਿਖਿਆ ਸੀ, ਠੀਕ ਹੈ। ਕਮਿਊਨਿਸਟ ਜਿਹੜਾ ਮੈਨੀਫੈਸਟੋ ਸੀ 1848 'ਚ ਲਿਖਿਆ ਗਿਆ ਸੀਗਾ, ਤਾਂ ਲਿਖਿਆ ਸੀ ਕਾਰਲ ਮਾਰਕਸ ਤੇ ਐਂਜਲਸ ਨੇ ਲਿਖਿਆ ਸੀਗਾ, ਜਿਹਦੇ ਆਧਾਰ ਪਰ ਜਿਹੜੀ ਮਾਰਕਸਵਾਦੀ ਵਿਚਾਰਧਾਰਾ ਸੀ ਉਹ ਹੋਂਦ ਦੇ ਵਿੱਚ ਆਈ ਸੀਗੀ। ਲੈਟਨ ਦੇਖੋ ਕਾਫੀ ਸਾਰੇ ਲੈਟਨ ਵਰਡ ਲੈਟਨ ਨਿਕਲ ਗਿਆ ਮੂੰਹ ਚੋਂ। ਤਾਂ ਲਿਬਰਟੀ ਸ਼ਬਦ ਜਿਹੜਾ ਕਿਹੜੀ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ, ਤਾਂ ਲਿਬਰਟੀ ਜਿਹੜਾ ਕਾਫੀ ਅਮੀਰ ਭਾਸ਼ਾ ਸੀਗੀ ਲੈਟਨ ਭਾਸ਼ਾ, ਉਹਦੇ ਸ਼ਬਦ ਤੋਂ ਲਿਆ ਗਿਆ। ਲਿਬਰਟੀ ਦਾ ਮਤਲਬ ਹੁੰਦਾ ਸੁਤੰਤਰਤਾ, ਠੀਕ ਹੈ। ਲਿਬਰਜ਼ਮ ਜਿਹੜਾ ਸ਼ਬਦ ਹੈ। ਰਾਈਟ ਆਫ ਮੈਨ 1799 ਦੀ ਜਿਹੜੀ ਘੋਸ਼ਣਾ ਲਿਖਿਆ ਗਈ ਕਿਹਨੂੰ ਅੰਕਿਤ ਕਰਦੀ ਹੈ, ਫਰਾਂਸ ਦੇ ਵਿੱਚ ਜਿਹੜੀ ਕ੍ਰਾਂਤੀ ਹੋਈ ਸੀ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਘੋਸ਼ਣਾਵਾਂ ਕੀਤੀਆਂ ਗਈਆਂ ਸੀਗੀਆਂ ਤਾਂ ਉਸ ਕ੍ਰਾਂਤੀ ਦੁਆਰਾ। ਵਰਗਾਂ ਦੀ ਸਮਾਨਤਾ ਦੀ, ਸੋਮਿਆਂ ਦਾ ਅਧਿਕਾਰ ਦੀ ਗੱਲ ਕਰਦੀ ਹੈ, ਆਦਮੀ ਦੀ ਕੁਦਰਤੀ ਸਮਾਨਤਾ ਦੀ ਗੱਲ ਕਰਦੀ ਹੈ। ਤਾਂ ਇਹ ਵਰਗਾਂ ਦੀ ਸਮਾਨਤਾ ਦੀ ਗੱਲ ਕਰਦੀ ਹੈ ਇੱਥੇ, ਤਾਂ ਇਹਦਾ ਆਨਸਰ ਆਊਗਾ ਜੀ ਵਰਗਾਂ ਦੀ, ਸਾਰੇ ਜਿਹੜੇ ਵਰਗ ਨੇ ਉਹ ਇੱਕ ਮਤਲਬ ਉਹ ਬਰਾਬਰ ਹੋਣੇ ਚਾਹੀਦੇ ਨੇਗੇ। ਕਾਨੂੰਨ ਦੇ ਸੋਮੇ ਕੀ ਹਨ, 21 ਨੰਬਰ ਕੁਐਸਚਨ ਕਹਿ ਰਿਹਾ ਕਾਨੂੰਨ ਦੇ ਸੋਮੇ ਕੀ ਹਨ, ਰਵਾਇਤੀ, ਨਿਆਇਕ ਫੈਸਲੇ, ਧਰਮ, ਇਹ ਸਾਰੇ। ਦੇਖੋ ਹੁਣ ਜਿਹੜਾ ਸਾਡੇ ਕਾਨੂੰਨ ਨੇ ਬਹੁਤ ਸਾਰੇ ਇੰਡੀਆ ਜਿਵੇਂ ਪਰਸਨਲ ਲਾ ਵੀ ਹੈ ਇੱਕ, ਠੀਕ ਹੈ। ਹੁਣ ਤੁਸੀਂ ਸੋਚ ਰਹੇ ਹੋ ਵੀ ਧਰਮ ਦਾ ਇਹਦੇ ਨਾਲ ਕੀ ਸੰਬੰਧ ਹੈ, ਤਾਂ ਪਰਸਨਲ ਲਾ ਦੇ ਜਿਹੜੇ ਬਹੁਤ ਸਾਰੇ ਰੂਲ ਰੈਗੂਲੇਸ਼ਨ ਉਹ ਵੀ ਸਾਡੇ ਕਾਨੂੰਨ ਦੇ ਦਾਇਰੇ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਹੁੰਦੇ ਨੇ, ਠੀਕ ਹੈ। ਤੇ ਜਿਵੇਂ ਹੁਣ ਪਿੱਛੇ ਜੇ 3 ਤਲਾਕ ਦਾ ਮਾਮਲਾ ਉੱਠਿਆ ਸੀਗਾ, ਦੇਖੋ ਤਾਂ 3 ਤਲਾਕ ਨੂੰ ਸੁਪਰੀਮ ਕੋਰਟ ਨੇ ਉਹਦੀ ਕੁਝ ਕੁ ਪ੍ਰੋਵੀਜ਼ਨ ਨੂੰ ਖਤਮ ਕੀਤਾ। ਉਹਦੇ ਵਿੱਚੋਂ ਤਲਾਕ ਕਈ ਪ੍ਰਕਾਰ ਦੇ ਹੁੰਦੇ ਨੇ, ਪਰ ਉਹਦੇ ਵਿੱਚੋਂ ਇੱਕ ਤਲਾਕ ਜਿਹੜਾ ਸੀਗਾ ਉਹ 3 ਤਲਾਕ, ਤਾਂ ਉਹਨੂੰ ਸੁਪਰੀਮ ਕੋਰਟ ਨੇ ਕੀ ਕੀਤਾ, ਇਹਨੂੰ ਗੈਰ ਮਤਲਬ ਸੰਵਿਧਾਨਿਕ ਨੂੰ ਠਹਿਰਾ ਕੇ ਜਾਂ ਮੌਲਿਕ ਅਧਿਕਾਰਾਂ ਦਾ ਉਹ ਖੰਡਨ ਕਰਦਾ ਹੈ, ਤਾਂ ਉਸ ਆਧਾਰ ਤੇ ਉਹਨੂੰ ਖਤਮ ਕੀਤਾ ਗਿਆ ਸੀ। ਤਾਂ ਰਿਵਾਇਤਾਂ ਵੀ ਹੁੰਦੀਆਂ ਨੇਗੀਆਂ ਪੁਰਾਣੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ, ਧਰਮ ਵੀ ਹੁੰਦੇ ਨੇ ਤੇ ਨਿਆਇਕ ਫੈਸਲੇ ਵੀ ਜਿਹੜੇ ਹੁੰਦੇ ਨੇ ਸਾਡੇ ਉਹ ਕੁਦਰਤੀ ਸਾਡੇ ਜਿਹੜੇ ਹੁੰਦੇ ਨੇ ਉਹ ਕਾਨੂੰਨ ਦੇ ਸੋਮੇ ਮੰਨੇ ਜਾਂਦੇ ਨੇ। ਤਾਂ ਇਹਦਾ ਆਨਸਰ ਬਣ ਜਾਊ ਸਾਡਾ ਡੀ ਆਨਸਰ। 22 ਨੰਬਰ ਕੁਐਸਚਨ ਦੇਖੋ, ਦਿੱਲੀ ਰਾਜ ਤੇ ਕਿਹੜੀ, ਹੁਣ 2017 ਦਾ ਕੁਐਸਚਨ ਹੈ ਤਾਂ 2017 ਦੇ ਅਨੁਸਾਰ ਅਸੀਂ ਇਹਦਾ ਆਨਸਰ ਦੇਵਾਂਗੇ ਹਨਾ। ਤਾਂ ਹੁਣ ਇਹ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕੀ ਸਮਝਣਾ ਇੱਥੇ, ਆਪਾਂ ਇਹ ਸਮਝਣਾ ਹੈ ਵੀ ਕੁਐਸਚਨ ਦਾ ਪੈਟਰਨ ਕੀ ਹੈ ਜਾਂ ਪੇਪਰ ਦਾ ਪੈਟਰਨ ਕੀ ਹੈ। ਇੱਥੇ ਕੁਐਸਚਨ ਕਿਸ ਲੈਵਲ ਤੇ ਪੁੱਛੇ ਜਾ ਰਹੇ ਨੇ ਜਾਂ ਕਿਸ ਲੈਵਲ ਤੇ ਪੁੱਛੇ ਜਾ ਸਕਦੇ ਨੇ।
ਤਾਂ ਹੁਣ ਦੇਖੋ 2017 ਦਾ ਗੱਲ ਕਰ ਰਿਹਾ, ਤਾਂ 2017 ਦੇ ਵਿੱਚ ਦਿੱਲੀ ਤੇ ਕਿਹੜੀ ਪਾਰਟੀ ਸ਼ਾਸਨ ਕਰ ਰਹੀ ਸੀ, ਤਾਂ ਸਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਜੇ ਮੰਨ ਲਓ ਅੱਜ 2021 ਜਾਂ 2022 ਚ ਕੁਐਸਚਨ ਪੁੱਛਿਆ ਜਾ ਰਿਹਾ, ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਸੇ-ਪਾਸੇ ਸਾਡੀਆਂ ਜਿਹੜੀ ਸਟੇਟਸ ਨੇਗੀਆਂ ਉਹਨਾਂ ਦੇ ਵਿੱਚ ਕਿਹੜੀ ਪਾਰਟੀ ਰਾਜ ਕਰ ਰਹੀ ਹੈ। ਠੀਕ ਹੈ, ਤਾਂ 28 ਰਾਜ ਨੇ, 28 ਰਾਜਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ-ਕਿਹੜੇ ਰਾਜ ਦੇ ਵਿੱਚ ਕਿਹੜੀ ਪਾਰਟੀ ਰਾਜ ਕਰ ਰਹੀ ਹੈ। ਠੀਕ ਹੈ, ਤਾਂ ਉਸ ਟਾਈਮ ਦੇਖੋ ਰਾਜ ਕਰ ਰਹੀ ਸੀ ਆਮ ਆਦਮੀ ਪਾਰਟੀ, ਹੁਣ ਵੀ ਆਮ ਆਦਮੀ ਪਾਰਟੀ ਦੇ ਖੈਰ ਰਾਜ ਉੱਥੇ, ਹਨਾ, ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਉੱਥੋਂ ਦੇ, ਤਾਂ ਆਪ। ਠੀਕ ਹੈ, ਦੇਖੋ ਸਾਨੂੰ ਪਤਾ ਹੋਣਾ ਚਾਹੀਦਾ। 2017 ਦੀ ਗੱਲ ਕਰਦਾ, 2017 ਦੇ ਵਿੱਚ ਇਲੈਕਸ਼ਨ ਹੋਈ ਸੀਗੀ। ਠੀਕ ਹੈ, ਜੇ ਮੰਨ ਲਓ 2022 ਚ ਪੇਪਰ ਹੁੰਦਾ ਤਾਂ 2022 ਦੇ ਵਿੱਚ ਦੁਬਾਰਾ ਫਿਰ ਇਲੈਕਸ਼ਨ ਨੇ, ਪੰਜਾਬ 'ਚ ਵੀ ਇਲੈਕਸ਼ਨ ਹੈ ਤੇ ਯੂਪੀ 'ਚ ਵੀ ਇਲੈਕਸ਼ਨ ਹੈ ਨਾ, ਤਾਂ ਉੱਥੇ ਕਿਹੜੀ ਪਾਰਟੀ ਜਿੱਤੂਗੀ ਉਹ ਕੁਐਸਚਨ ਬਾਅਦ 'ਚ ਬਣੂਗਾ। ਤਾਂ ਇਹ 2017 ਦਾ ਕੁਐਸਚਨ ਸੀਗਾ। ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਹਾਲ ਦੇ ਵਿੱਚ ਹੋਈਆਂ ਰਾਜ ਚੋਣਾਂ ਕਿਸ ਪਾਰਟੀ ਨੇ ਜਿੱਤੀਆਂ ਹਨ? SP, INC, ਇੰਡੀਅਨ ਨੈਸ਼ਨਲ ਕਾਂਗਰਸ, ਸਮਾਜਵਾਦੀ ਪਾਰਟੀ, BSP ਜਾਂ ਫਿਰ BJP। ਤਾਂ ਉੱਥੇ ਦਾ ਆਨਸਰ ਆਊਗਾ ਜੀ BJP। ਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਬਣੇ ਸੀ। ਵਿਨੋਬਾ ਭਾਵੇ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਵਿਨੋਬਾ ਭਾਵੇ, ਤਾਂ ਇਹ ਭੂਦਾਨ ਅੰਦੋਲਨ ਦੇ ਨਾਲ ਜੁੜੇ ਸੀਗੇ। 1950-51 ਦੇ ਵਿੱਚ ਅੰਦੋਲਨ ਚਲਾਇਆ ਗਿਆ ਸੀ। ਇਹ ਵਿਅਕਤੀਗਤ ਸੱਤਿਆਗ੍ਰਹਿ ਦੇ ਤੌਰ ਤੇ ਵੀ ਇਹਨਾਂ ਨੇ ਪਾਰਟੀਸਪੇਸ਼ਨ ਕੀਤੀ ਸੀਗੀ। ਤਾਂ ਭੂਦਾਨ ਅੰਦੋਲਨ ਦੇ ਨਾਲ ਜੁੜੇ ਨੇ ਇਹ ਸਰਵੋਦਿਆ ਦੇ ਨਾਲ। ਪੰਜਾਬ ਵਿਧਾਨ ਸਭਾ ਵਿਪੱਖ ਦਾ ਲੀਡਰ ਕੌਣ ਹੈ? ਵਿਰੋਧੀ ਧਿਰ ਦਾ ਨੇਤਾ ਪੁੱਛਿਆ ਗਿਆ, ਤਾਂ 2017 ਦੇ ਵਿੱਚ ਸੁਖਪਾਲ ਖਹਿਰਾ ਸੀਗਾ। ਜੇ ਹੁਣ ਪੁੱਛਿਆ ਜਾਊਗਾ ਤਾਂ ਹੁਣ ਕੌਣ ਹੈ ਜੀ? ਸਾਡਾ ਹਰਪਾਲ ਸਿੰਘ ਚੀਮਾ। ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਬਿਲੋਂਗ ਕਰਦੇ ਨੇ, ਦੁੱਬੇ ਤੋਂ MLA ਨੇ ਇਹ। ਤਾਂ ਇਸ ਵਿਰੋਧੀ ਧਿਰ ਦੇ ਨੇਤਾ ਨੇ ਇਸ ਟਾਈਮ। ਹੁਣ ਕੁਐਸਚਨ ਮਤਲਬ ਇਹ ਨਹੀਂਗਾ ਵੀ ਹਰਪਾਲ ਸਿੰਘ ਚੀਮੇ ਬਾਰੇ ਕੁਐਸਚਨ ਪੁੱਛਿਆ ਜਾਊਗਾ। ਅੱਗੇ ਕੁਐਸਚਨ ਨੇ ਪੁੱਛਿਆ ਜਾਊ ਵਿਰੋਧੀ ਧਿਰ ਦਾ ਨੇਤਾ, ਕਿਉਂਕਿ ਵਿਰੋਧੀ ਧਿਰ ਦਾ ਨੇਤਾ ਦੇਖੋ ਬਦਲਦਾ ਨਹੀਂ ਹੈਗਾ, ਚਾਹੇ ਪਾਰਟੀ ਜਿਹੜੀ ਮਰਜ਼ੀ ਪਾਰਟੀ ਸਰਕਾਰ ਬਣਦੀ ਹੈ ਤਾਂ ਵਿਰੋਧੀ ਧਿਰ ਦਾ ਨੇਤਾ ਤਾਂ ਰਹੂਗਾ ਕੋਈ ਨਾ ਕੋਈ, ਹਨਾ। ਤੇ ਪਰ ਇੱਕ ਰੂਲ ਦੇ ਅਕੋਰਡਿੰਗ ਹੁੰਦਾ ਇਹ, ਵਿਰੋਧੀ ਧਿਰ ਦੇ ਨੇਤਾ ਵਾਸਤੇ ਤੁਹਾਨੂੰ 10% ਮਿਨੀਮਮ ਸੀਟਾਂ ਵਿਧਾਨ ਸਭਾ ਦੇ ਵਿੱਚੋਂ ਜਿੱਤੀਆਂ ਜ਼ਰੂਰੀ ਨੇਗੀਆਂ। ਇਸੇ ਤਰ੍ਹਾਂ ਜੇ ਅਸੀਂ ਸੈਂਟਰ ਦੇ ਵਿੱਚ ਲੋਕ ਸਭਾ 'ਚ ਬਣਾਉਣਾ ਹੈ ਤਾਂ ਲੋਕ ਸਭਾ ਦੇ ਅੰਦਰ ਵਿਰੋਧੀ ਧਿਰ ਦਾ ਜਿਹੜਾ ਨੇਤਾ ਹੋਊਗਾ ਉਹ ਵੀ 10% ਸੀਟਾਂ ਦੇ ਨਾਲ, ਮਤਲਬ ਜੇ ਮੰਨ ਲਓ 550 ਦੀ ਸਾਡੀ ਲੋਕ ਸਭਾ ਹੈ ਤਾਂ 55 ਬੰਦਿਆਂ ਮਤਲਬ 55 ਮੈਂਬਰ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਲੋਕ ਸਭਾ ਦੇ ਵਿੱਚ, ਤਾਂ ਤੁਹਾਡੀ ਪਾਰਟੀ ਨੂੰ ਵਿਰੋਧੀ ਪਾਰਟੀ ਦਾ ਦਰਜਾ ਜਿਹੜਾ ਹੈਗਾ ਸੰਵਿਧਾਨਿਕ ਦਰਜਾ ਉਹ ਮਿਲਦਾ ਹੁੰਦਾ ਹੈਗਾ। ਤਾਂ ਹੁਣ ਹਰਪਾਲ ਸਿੰਘ ਚੀਮਾ ਦਾ ਜੈ ਲਲਿਤਾ 26 ਨੰਬਰ ਕੁਐਸਚਨ ਹੈ। ਜੈ ਲਲਿਤਾ ਇਸ ਰਾਜ ਤੋਂ ਸੀ, ਕਿਹੜੇ ਰਾਜ ਤੋਂ ਸੀ? DMK ਪਾਰਟੀ ਤੇ ਆਪਾਂ ਗੱਲ ਕੀਤੀ ਸੀਗੀ। ਠੀਕ ਹੈ, ਤਾਂ ਕਿਹੜੇ ਤੋਂ ਸੀ ਇਹ ਤਮਿਲਨਾਡੂ ਤੋਂ ਸੀ। 27 ਨੰਬਰ ਕੁਐਸਚਨ 1957 ਦੇ ਵਿੱਚ ਪੰਚਾਇਤੀ ਰਾਜ ਇਸ ਦੀ ਸਿਫਾਰਿਸ਼ ਤੇ ਲਾਗੂ ਕੀਤਾ ਗਿਆ ਸੀ। ਭਾਰਤ ਦੇ ਵਿੱਚ ਜਿਹੜਾ ਪੰਚਾਇਤੀ ਰਾਜ ਲਾਗੂ ਕੀਤਾ ਗਿਆ ਸੀ ਤਾਂ ਸਾਨੂੰ ਪਤਾ ਜੀ ਉਹ ਬਲਵੰਤ ਰਾਏ ਮਹਿਤਾ ਕਮੇਟੀ ਦੀ ਰਿਪੋਰਟ ਦੇ ਉੱਪਰ ਲਾਗੂ ਕੀਤਾ ਗਿਆ ਸੀ ਭਾਰਤ ਦੇ ਵਿੱਚ। ਰਾਜਸਥਾਨ ਦੇ ਵਿੱਚ ਲਾਗੂ ਹੋਇਆ ਸੀਗਾ, ਨਗੌਰ ਡਿਸਟ੍ਰਿਕਟ ਸੀ। 28 ਨੰਬਰ ਕੁਐਸਚਨ CPIM। ਠੀਕ ਹੈ, CPI ਹੁਣ ਦੇਖੋ ਪਾਰਟੀਆਂ ਦਾ ਵੀ ਸਾਡੇ ਟੌਪਿਕ ਹੈਗਾ ਮਸਟ ਕਿਟ ਦੇ ਵਿੱਚ। ਤਾਂ CPIM ਹੋਂਦ ਦੇ ਵਿੱਚ ਆਈ ਸੀ, ਕਦੋਂ ਹੋਂਦ ਦੇ ਵਿੱਚ ਆਈ ਸੀ? ਪਹਿਲਾਂ ਪਾਰਟੀ ਬਣੀ ਸੀ CPI, ਕਮਿਊਨਿਸਟ ਪਾਰਟੀ ਆਫ ਇੰਡੀਆ। ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਵਿੱਚੋਂ ਹੀ ਟੁੱਟ ਗਈ ਸੀ ਪਾਰਟੀ ਇੱਕ ਕਮਿਊਨਿਸਟ ਪਾਰਟੀ ਆਫ ਮਾਰਕਸਵਾਦੀ, ਇਹਨੂੰ CPM ਦੇ ਨਾਂ ਨਾਲ ਵੀ ਲਾਉਂਦੇ ਆ। ਤਾਂ ਇਹਨਾਂ ਦੀ ਵੰਡ ਜਿਹੜੀ ਹੋਈ ਸੀ ਉਹ ਹੋਈ ਸੀ 1964 ਦੇ ਵਿੱਚ। 29 ਨੰਬਰ ਕੁਐਸਚਨ ਦੇਖ ਲੈਂਦੇ ਆ, ਪੰਜਾਬ ਵਿੱਚ ਕਿਸ ਪਾਰਟੀ ਦਾ ਚੋਣ ਨਿਸ਼ਾਨ ਤੱਕੜੀ ਹੈ? ਪਾਰਟੀਆਂ ਦੇ ਚੋਣ ਨਿਸ਼ਾਨ ਬਾਰੇ ਵੀ ਕੁਐਸਚਨ ਪੁੱਛੇ ਜਾ ਸਕਦੇ ਨੇ, ਕਿਹੜੀ ਪਾਰਟੀ ਦਾ ਕਿਹੜਾ ਚੋਣ ਨਿਸ਼ਾਨ ਹੈ? ਤਾਂ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਸਾਨੂੰ ਪਤਾ ਹੈ ਤੱਕੜੀ ਹੈ। 30 ਨੰਬਰ ਕੁਐਸਚਨ ਦੇਖਦੇ ਆ, ਅੰਦੋਲਨ ਵਿੱਚ ਮਜ਼ਦੂਰ ਵਰਗ ਉੱਤੇ ਕਿਹਨੇ ਜ਼ੋਰ ਦਿੱਤਾ ਸੀ? ਠੀਕ ਹੈ, ਤਾਂ ਇਹਦਾ ਆਨਸਰ ਆਊਗਾ ਜੀ ਕਾਰਲ ਮਾਰਕਸ, ਕਿਉਂਕਿ ਮਜ਼ਦੂਰਾਂ ਦੀ ਗੱਲ ਕਿਹਨੇ ਕੀਤੀ ਹੈ? ਪੂੰਜੀਵਾਦ ਤੇ ਜਿਹੜਾ ਸੀਗਾ ਕਮਿਊਨਿਜ਼ਮਵਾਦੀ ਜਾਂ ਸਮਾਜਵਾਦੀ ਦੀ ਗੱਲ ਕਿਹਨੇ ਕੀਤੀ ਸੀਗੀ? ਤਾਂ ਉਹ ਕਾਰਲ ਮਾਰਕਸ ਨੇ ਕੀਤੀ ਸੀਗੀ। 31 ਨੰਬਰ ਕੁਐਸਚਨ ਦੇਖਦੇ ਆ, ਗਾਂਧੀਵਾਦੀ ਨੇਤਾ ਦੀ ਪਛਾਣ ਕਰਨੀ ਹੈ, ਤਾਂ ਇਹਦਾ ਆਨਸਰ ਆਊਗਾ ਜੀ ਵਿਨੋਬਾ ਭਾਵੇ। ਵਿਨੋਬਾ ਭਾਵੇ ਕਾਫੀ ਨੇੜੇ ਸੀਗੇ ਗਾਂਧੀ ਦੇ ਵਿਚਾਰਾਂ ਦੇ, ਤੇ ਗਾਂਧੀ ਦੇ ਨੇੜੇ ਵੀ ਸੀਗੇ। ਵਿਅਕਤੀਗਤ ਸੱਤਿਆਗ੍ਰਹਿ ਜਿਹੜਾ 1940 ਦੇ ਵਿੱਚ ਮਹਾਤਮਾ ਗਾਂਧੀ ਨੇ ਚਲਾਇਆ ਸੀ, ਤਾਂ ਉਹ ਵਿਅਕਤੀਗਤ ਸੱਤਿਆਗ੍ਰਹਿ ਦੇ ਵਿੱਚ ਪਹਿਲੇ ਸੱਤਿਆਗ੍ਰਹੀ ਬਣਨ ਵਾਲੇ ਕੌਣ ਸੀਗੇ? ਉਹ ਵਿਨੋਬਾ ਭਾਵੇ ਸੀਗੇ। 32 ਨੰਬਰ ਕੁਐਸਚਨ ਦੇਖ ਲੈਣੇ ਜੀ, ਕਾਰਲ ਮਾਰਕਸ ਸੰਬੰਧਿਤ ਸੀ ਇਤਿਹਾਸਿਕ ਭੌਤਿਕਵਾਦ ਦੇ ਨਾਲ, ਉਟੋਪੀਅਨ ਸਮਾਜਵਾਦ ਦੇ ਨਾਲ, ਫੇਬੀਅਨ ਸਮਾਜਵਾਦ ਦੇ ਨਾਲ ਜਾਂ ਸੰਪਰਦਾਇਕਤਾ ਦੇ ਨਾਲ, ਹਨਾ, ਕਾਲ ਦੇ ਨਾਲ। ਤੇ ਇਹਦਾ ਆਨਸਰ ਆਊਗਾ ਜੀ ਇਤਿਹਾਸਿਕ ਭੌਤਿਕਵਾਦ। ਇਤਿਹਾਸ ਦੀ ਭੌਤਿਕਵਾਦ ਦੀ ਜਿਹੜੀ ਵਿਆਖਿਆ ਕੀਤੀ ਸੀਗੀ ਉਹਨੇ, ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ ਕੀਤੀ ਸੀ ਉਹ ਤਾਂ ਕਿਹਨੇ ਕੀਤੀ ਸੀ? ਉਹ ਕਾਰਲ ਮਾਰਕਸ ਨੇ ਕੀਤੀ ਸੀਗੀ। ਉਹ ਦੱਸਦਾ ਸੀ ਵੀ ਸ਼ੁਰੂ ਤੋਂ ਹੀ ਜਿਹੜਾ ਹੈਗਾ ਸ਼ੋਸ਼ਣ ਉਹ ਹੁੰਦਾ ਆ ਰਿਹਾ ਹੈਗਾ। ਇੱਕ ਕਾਰਨ ਨੂੰ ਦੱਸਿਆ ਸੀ ਵੀ ਜਦੋਂ ਜਿਹੜਾ ਮਨੁੱਖ ਸੀਗਾ ਉਹ ਆਦਿ ਕਾਲ ਦੇ ਵਿੱਚ, ਆਦਿ ਮਾਨਵ ਦੇ ਕਾਲ ਦੇ ਵਿੱਚ ਸੀਗਾ, ਜਾਂ ਉਹ ਜਦੋਂ ਜੰਗਲਾਂ ਵਿੱਚ ਰਹਿੰਦਾ ਸੀ ਤਾਂ ਉਸ ਟਾਈਮ ਸ਼ੋਸ਼ਣ ਨਹੀਂ ਹੁੰਦਾ ਸੀਗਾ, ਕਿਉਂਕਿ ਉਸ ਟਾਈਮ ਕੋਈ ਪ੍ਰੋਪਰਟੀ, ਨਿੱਜੀ ਪ੍ਰੋਪਰਟੀ ਨਹੀਂ ਸੀਗੀ। ਤਾਂ ਹੌਲੀ ਹੌਲੀ ਜਿਵੇਂ ਜਿਵੇਂ ਮਨੁੱਖਤਾ ਦਾ ਜਾਂ ਸੱਭਿਅਤਾ ਦਾ ਵਿਕਾਸ ਹੁੰਦਾ ਗਿਆ, ਉਸੇ ਪ੍ਰਕਾਰ ਫਿਰ ਲੋਕਾਂ ਦਾ ਜਿਹੜਾ ਸ਼ੋਸ਼ਣ ਹੁੰਦਾ ਗਿਆ, ਤੇ ਅਖੀਰ ਦੇ ਵਿੱਚ ਆ ਕੇ ਇਹ ਕਹਿੰਦਾ ਵੀ ਸਾਮਵਾਦ ਜਦੋਂ ਆਊਗਾ ਤਾਂ ਉਸ ਟਾਈਮ ਇਹ ਜਿਹੜਾ ਸੀ ਸ਼ੋਸ਼ਣ ਉਹ ਖਤਮ ਹੋ ਜਾਊਗਾ। 33 ਨੰਬਰ ਕੁਐਸਚਨ ਦੇਖਦੇ ਹਾਂ, MK ਗਾਂਧੀ ਇਜ਼ ਦ ਆਥਰ ਆਫ, ਮਤਲਬ MK ਗਾਂਧੀ ਲੇਖਕ ਹੈ ਕਿਹਦਾ? ਮਹਾਤਮਾ ਗਾਂਧੀ ਮਤਲਬ ਮੋਹਨਦਾਸ ਕਰਮਚੰਦ ਗਾਂਧੀ ਬਾਰੇ ਪੁੱਛਿਆ, ਤਾਂ ਇਹਨਾਂ ਦਾ ਆਨਸਰ ਆਊਗਾ ਜੀ ਹਿੰਦ ਸਵਰਾਜ ਦਾ। ਤਾਂ ਹਿੰਦ ਸਵਰਾਜ ਪੁਸਤਕ ਇਹਨਾਂ ਨੇ ਲਿਖੀ ਸੀ। ਇਹ ਕੁਐਸਚਨ ਪਹਿਲਾਂ ਵੀ ਆ ਚੁੱਕਿਆ 1909 ਦੇ ਵਿੱਚ ਪੁਸਤਕ ਲਿਖੀ ਗਈ ਸੀ ਇਹਨਾਂ ਵੱਲੋਂ। 34 ਨੰਬਰ ਕੁਐਸਚਨ,
ਕਾਰਲ ਮਾਰਕਸ ਨੇ ਇਸ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਸੀ। ਹੁਣ ਕੁਐਸਚਨ ਕੀ ਬਣਦਾ ਹੈ ਵੀ ਇਹਨਾਂ ਵਿੱਚੋਂ ਕਿਹੜੀ ਕ੍ਰਾਂਤੀ ਹੈ ਜਿਹਨੂੰ ਪ੍ਰਭਾਵਿਤ ਕੀਤਾ ਸੀ ਉਹਨੇ? ਤਾਂ ਆਨਸਰ ਆਊਗਾ ਜੀ ਰਸ਼ੀਅਨ ਅੰਦੋਲਨ 1917 ਦਾ। ਬੋਲਸ਼ੇਵਿਕ ਕ੍ਰਾਂਤੀ ਦੇ ਨਾਮ ਨਾਲ ਅਸੀਂ ਜਾਣਦੇ ਹਾਂ। ਵਲਾਦੀਮੀਰ ਲੈਨਿਨ ਦੁਆਰਾ ਇਹ ਕੀਤਾ ਗਿਆ ਸੀ ਅੰਦੋਲਨ, ਉਹਨਾਂ ਦੀ ਅਗਵਾਈ ਦੇ ਵਿੱਚ। 35 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤੀ ਸੰਸਦ ਦਾ ਹੇਠਲਾ ਸਦਨ ਕੀ ਹੁੰਦਾ? ਦੋ ਸਦਨ ਨੇ ਸਾਡੇ, ਇੱਕ ਉੱਪਰਲਾ ਸਦਨ, ਇੱਕ ਹੇਠਲਾ ਹੈ। ਤਾਂ ਹੇਠਲਾ ਕਿਹੜਾ ਹੈ ਸਾਡਾ? ਸਾਡਾ ਲੋਕ ਸਭਾ ਹੈ। ਭਾਰਤ ਦਾ ਰਾਸ਼ਟਰਪਤੀ ਕੌਣ ਹੈ? ਉਸ ਟਾਈਮ ਰਾਸ਼ਟਰਪਤੀ ਕੌਣ ਸੀ? 2017 ਦੇ ਵਿੱਚ ਰਾਸ਼ਟਰਪਤੀ ਕੌਣ ਸੀਗਾ? ਠੀਕ ਹੈ, ਤਾਂ ਉਸ ਟਾਈਮ ਦੇਖੋ 2017 ਦੇ ਵਿੱਚ ਹੀ ਬਣੇ ਨੇ ਰਾਸ਼ਟਰਪਤੀ। ਇਹ ਪੇਪਰ ਸ਼ਾਇਦ ਸਤੰਬਰ ਮਹੀਨੇ ਚ ਹੋਏਗਾ। ਤਾਂ ਉਸ ਟਾਈਮ ਰਾਮਨਾਥ ਕੋਵਿੰਦ ਬਣ ਗਏ ਸੀ, ਹੁਣ ਵੀ ਰਾਮਨਾਥ ਕੋਵਿੰਦ ਨੇ। ਤਾਂ 2022 ਚ ਚੇਂਜ ਹੋ ਸਕਦੇ ਨੇ। ਜੇ 2022 ਦੇ ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ ਪੇਪਰ ਚੇਂਜ ਹੁੰਦਾ ਹੈ, ਆਉਂਦਾ ਪੇਪਰ, ਤਾਂ ਫਿਰ ਉੱਥੇ ਰਾਸ਼ਟਰਪਤੀ ਕੁਛ ਹੋਰ ਹੋ ਸਕਦਾ ਹੈਗਾ ਨਾ, ਜਾਂ ਫਿਰ ਇਹ ਵੀ ਰਿਪੀਟ ਹੋ ਸਕਦੇ ਨੇ, ਕੋਈ ਵੱਡੀ ਗੱਲ ਨਹੀਂ ਹੈਗੀ। ਤਾਂ ਇਹ ਸਾਨੂੰ ਯਾਦ ਰੱਖਣਾ ਹੈ, ਸਾਨੂੰ ਪਤਾ ਲੱਗ ਜਾਂਦਾ ਵੀ ਪੇਪਰ ਕਿਸ ਲੈਵਲ ਦਾ ਆਇਆ ਜਾਂ ਕੁਐਸਚਨ ਕਿਸ ਲੈਵਲ ਦਾ ਪੁੱਛਿਆ ਗਿਆ। ਭਾਰਤ ਦਾ ਦੂਸਰਾ ਰਾਸ਼ਟਰਪਤੀ ਕੌਣ ਸੀਗਾ? ਤਾਂ ਪਹਿਲੇ ਸੀਗੇ ਰਾਜਿੰਦਰ ਪ੍ਰਸਾਦ ਤੇ ਦੂਸਰੇ ਸੀਗੇ ਡਾਕਟਰ ਐਸ ਰਾਧਾ ਕ੍ਰਿਸ਼ਨ, ਸਰਵਪੱਲੀ ਰਾਧਾ ਕ੍ਰਿਸ਼ਨਨ। 38 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤ ਦੇ ਰਾਸ਼ਟਰਪਤੀ ਨੂੰ ਇਸ ਆਰਟੀਕਲ ਤਹਿਤ ਦੋਸ਼ੀ ਠਹਿਰਾਇਆ ਜਾ ਸਕਦਾ, ਇੰਪੀਚਮੈਂਟ ਕੀਤੀ ਜਾ ਸਕਦੀ ਹੈ ਇਹਨੂੰ। ਤਾਂ ਆਰਟੀਕਲ ਨੰਬਰ 61 ਦੇ ਤਹਿਤ ਇੰਪੀਚਮੈਂਟ ਭਾਰਤ ਦੇ ਰਾਸ਼ਟਰਪਤੀ ਦੀ ਕੀਤੀ ਜਾ ਸਕਦੀ ਹੁੰਦੀ ਹੈ। 39 ਨੰਬਰ ਕੁਐਸਚਨ ਦੇਖਦੇ ਹਾਂ। ਆਜ਼ਾਦ ਉਮੀਦਵਾਰ ਦੇ ਤੌਰ ਤੇ ਕਿਸ ਨੇ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਜਿਹੜੀ ਸੀ ਉਹ ਜਿੱਤੀ ਸੀ? ਆਜ਼ਾਦ ਉਮੀਦਵਾਰ ਸੀਗੇ ਇਹ, ਇਹਨਾਂ ਨੂੰ ਕਿਸੇ ਵੀ ਪਾਰਟੀ ਵੱਲੋਂ ਨੋਮੀਨੇਟ ਨਹੀਂ ਕੀਤਾ ਗਿਆ ਸੀ। ਤਾਂ ਇਹ ਸੀਗੇ ਪਹਿਲੇ ਰਾਸ਼ਟਰਪਤੀ ਸਾਡੇ ਵੀ ਗਿਰੀ। ਪਹਿਲੇ ਆਜ਼ਾਦ ਉਮੀਦਵਾਰ ਵੀ ਸੀਗੇ ਤੇ ਦੂਸਰੀ ਵਾਰ ਦੀ ਕਾਊਂਟਿੰਗ ਦੇ ਵਿੱਚ ਜਿੱਤਣ ਵਾਲੇ ਪਹਿਲੇ ਰਾਸ਼ਟਰਪਤੀ ਵੀ ਸੀਗੇ ਵੀ ਗਿਰੀ, ਤੇ ਪਹਿਲੇ ਕਾਰਜਕਾਰੀ ਰਾਸ਼ਟਰਪਤੀ ਵੀ ਸੀਗੇ ਵੀ ਗਿਰੀ। 40 ਨੰਬਰ ਕੁਐਸਚਨ ਦੇਖ ਲੈਂਦੇ ਹਾਂ। ਭਾਰਤ ਦੇ ਮੁੱਖ ਨਿਆਂਧੀਸ਼ CJI ਦਾ ਉਲੇਖ ਕਰੋ ਜੋ ਭਾਰਤ ਦਾ ਕਾਰਜਕਾਰੀ ਰਾਸ਼ਟਰਪਤੀ ਵੀ ਬਣਿਆ ਹੈ। ਤਾਂ ਸਾਨੂੰ ਪਤਾ ਵੀ ਇੱਕਮਾਤਰ ਹਜੇ ਤੱਕ ਸਾਡੇ CJI ਹੋਏ ਨੇ ਜਿਹੜੇ ਭਾਰਤ ਦੇ ਰਾਸ਼ਟਰਪਤੀ ਬਣੇ ਨੇ। ਤਾਂ ਕੌਣ ਸੀਗੇ? M ਹਿਦਾਇਤ ਉੱਲਾ। 41 ਨੰਬਰ ਕੁਐਸਚਨ ਦੇਖਦੇ ਹਾਂ। ਰਾਜ ਸਭਾ ਦੀ ਨਿਊਨਤਮ ਉਮਰ ਸੀਮਾ ਕਿੰਨੀ ਹੈ? ਤਾਂ ਰਾਜ ਸਭਾ ਵਾਸਤੇ ਮੈਂ ਤੁਹਾਨੂੰ ਦੱਸ ਚੁੱਕਿਆ ਸੀਗਾ 35 ਸਾਲ ਕਿਹਦੇ ਵਾਸਤੇ ਚਾਹੀਦੀ ਹੈ? ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੇ ਗਵਰਨਰ ਵਾਸਤੇ। 30 ਸਾਲ ਕਿਹਦੇ ਵਾਸਤੇ ਚਾਹੀਦੀ ਹੈ? ਰਾਜ ਸਭਾ ਤੇ ਵਿਧਾਨ ਪਰਿਸ਼ਦ ਵਾਸਤੇ। ਤੇ 25 ਸਾਲ ਕਿਹਦੇ ਵਾਸਤੇ ਚਾਹੀਦੀ ਹੈ? ਵਿਧਾਨ ਸਭਾ ਤੇ ਲੋਕ ਸਭਾ ਦੀ। ਤਾਂ ਇੱਥੇ ਆਨਸਰ ਕੀ ਆ ਜਾਊਗਾ ਜੀ? ਇੱਥੇ ਆ ਜਾਊਗਾ ਰਾਜ ਸਭਾ ਦੇ ਵਿੱਚ 30 ਸਾਲ ਦੀ। ਲੋਕ ਸਭਾ ਲਈ ਨਿਊਨਤਮ ਕਿੰਨੀ ਹੈ? ਤਾਂ ਇੱਥੇ ਆਨਸਰ ਆ ਜਾਊਗਾ 25 ਸਾਲ ਹੈ ਨਾ। ਲੋਕ ਸਭਾ ਵਾਸਤੇ 25 ਸਾਲ ਹੈ, ਰਾਜ ਸਭਾ ਵਾਸਤੇ 30 ਸਾਲ ਹੈ। ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ? ਤਾਂ ਲੋਕ ਸਭਾ ਦੇ ਪਹਿਲੇ ਸਪੀਕਰ ਸੀਗੇ GB ਮਾਵਲੰਕਰ, ਗਣੇਸ਼ ਵਾਸੂਦੇਵ ਮਾਵਲੰਕਰ। ਤਾਂ ਸਪੀਕਰ ਬਾਰੇ ਸਾਨੂੰ ਸਭ ਪਤਾ ਹੋਣਾ ਚਾਹੀਦਾ ਵੀ ਕੌਣ ਕੌਣ ਸੀਗੇ ਸਪੀਕਰ, ਪਹਿਲਾ ਕੌਣ ਸੀ, ਲੇਡੀਜ਼ ਕੌਣ ਸੀ, ਹੁਣ ਕੌਣ ਹੈ। ਸਪੀਕਰ ਬਾਰੇ ਪੂਰੀ ਜਾਣਕਾਰੀ, ਮਤਲਬ ਪਹਿਲਾ ਸਪੀਕਰ ਕਿਹੜਾ ਸੀਗਾ ਜਿਹੜਾ ਭਾਰਤ ਦਾ ਰਾਸ਼ਟਰਪਤੀ ਬਾਅਦ 'ਚ ਬਣੇਗਾ ਨਾ, ਤਾਂ ਸਾਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ। ਤਾਂ ਜਿਹਨੂੰ ਪਤਾ ਹੈ ਦੱਸੋ, ਕਮੈਂਟ ਬਾਕਸ 'ਚ ਦੱਸ ਦਿਓ ਮੈਨੂੰ ਵੀ ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਹੈ ਜਿਹੜਾ ਲੋਕ ਸਭਾ ਦਾ ਸਪੀਕਰ ਵੀ ਰਹਿ ਚੁੱਕਿਆ ਹੈ। ਲੋਕ ਸਭਾ ਦਾ ਵਰਤਮਾਨ ਸਪੀਕਰ ਕੌਣ ਹੈ? ਤਾਂ 2017 ਦੇ ਅਕੋਰਡਿੰਗ ਪੁੱਛਿਆ ਗਿਆ। ਹੁਣ 2019 'ਚ ਦੇਖੋ ਬਦਲ ਗਿਆ ਸੀ। ਤਾਂ ਉਸ ਟਾਈਮ ਤਾਂ ਸੀਗੇ ਸੁਮਿਤਰਾ ਮਹਾਜਨ, ਹੁਣ ਕੌਣ ਨੇਗੇ? ਇੱਕ ਕਮੈਂਟ ਬਾਕਸ 'ਚ ਦੱਸਣਾ ਤੁਸੀਂ। ਚਲੋ ਮੈਂ ਦੱਸ ਹੀ ਦੇਣਾ ਤੁਹਾਨੂੰ, ਓਮ ਬਿਰਲਾ ਹੈਗਾ। ਠੀਕ ਹੈ, ਕਿੰਨਵੇਂ ਨੇ ਇਹ ਤੁਸੀਂ ਦੱਸ ਦਿਓ ਵੀ ਕਿੰਨਵੇਂ ਨੇ ਇਹ। ਠੀਕ ਹੈ, ਤਾਂ 45 ਨੰਬਰ ਕੁਐਸਚਨ ਤੇ ਆਏ ਨੇ ਆਪਾਂ। ਸੰਸਦ ਵਿੱਚ ਕਿਹੜੇ ਰਾਜ ਦੀਆਂ ਲੋਕ ਸਭਾ ਦੀ ਸੀਟਾਂ ਸਭ ਤੋਂ ਜ਼ਿਆਦਾ ਹਨ? ਤਾਂ ਆਨਸਰ ਆਊਗਾ ਜਿਹਦਾ ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੇ ਵਿੱਚ 80 ਹੈਗੀ। ਠੀਕ ਹੈ, ਤਾਂ ਸੰਖਿਆ ਕਿਵੇਂ ਨਿਰਧਾਰਿਤ ਕੀਤੀ ਜਾਂਦੀ? 1971 ਦੀ ਪੋਪੂਲੇਸ਼ਨ ਦੇ ਅਕੋਰਡਿੰਗ। ਇਹਨੂੰ ਅਸੀਂ ਕਦੋਂ ਤੱਕ ਨਹੀਂ ਵਧਾ ਸਕਦੇ ਹੈਗੇ? 2026 ਤੱਕ। ਕਿਹੜੀ ਸ਼ੋਧ ਦੁਆਰਾ ਇਹਨੂੰ ਰੋਕਿਆ ਗਿਆ ਹੈਗਾ? 84 ਅਮੈਂਡਮੈਂਟ ਦੇ ਦੁਆਰਾ ਇਹਨੂੰ। ਠੀਕ ਹੈ ਜੀ, ਤਾਂ ਯਾਦ ਰੱਖਣਾ ਇਹ। ਤਾਂ ਹੁਣ ਪੰਜਾਬ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੀਆਂ ਨੇਗੀਆਂ, ਹਰਿਆਣੇ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੰਨੀਆਂ ਨੇ, ਆਸੇ ਪਾਸੇ ਦੀ ਸਟੇਟ ਘੱਟੋ ਘੱਟ ਤੁਹਾਨੂੰ ਪਤਾ ਹੋਣਾ ਚਾਹੀਦੀਆਂ ਨੇ ਵੀ ਕਿੰਨੀਆਂ ਕਿੰਨੀਆਂ ਦੇ ਵਿੱਚ ਲੋਕ ਸਭਾ ਸੀਟਾਂ ਨੇਗੀਆਂ। 46 ਨੰਬਰ ਕੁਐਸਚਨ ਦੇਖ ਲੈਣੇ। ਅਹੁਦੇ ਅਨੁਸਾਰ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ? ਠੀਕ ਹੈ, ਤਾਂ ਇਹ ਆਰਟੀਕਲ ਨੰਬਰ ਸਾਡਾ 64 ਹੈਗਾ। ਆਰਟੀਕਲ ਨੰਬਰ 64 ਕੀ ਕਹਿੰਦਾ ਹੈ ਵੀ ਭਾਰਤ ਦਾ ਉਪ ਰਾਸ਼ਟਰਪਤੀ ਹੋਣ ਦੇ ਨਾਲ ਨਾਲ ਰਾਜ ਸਭਾ ਦਾ ਚੇਅਰਮੈਨ ਵੀ ਹੋਵੇਗਾ। ਤਾਂ ਕੌਣ ਹੈ ਜੀ? ਦੇਖੋ ਤੇ ਲੱਭੋ ਉਪ ਰਾਸ਼ਟਰਪਤੀ। ਠੀਕ ਹੈ, ਤੁਹਾਨੂੰ ਇਸ ਤਰ੍ਹਾਂ ਤਿਆਰ ਹੋਵੇ ਵੀ ਤੁਹਾਡਾ ਦਿਮਾਗ ਕਹੇ ਵੀ ਆਪਸ਼ਨ ਕਿੱਥੇ ਹੈ, ਮੈਂ ਆਪਸ਼ਨ ਨੂੰ ਲੱਭਾਂ, ਨਾ ਕਿ ਤੁਸੀਂ ਆਪਸ਼ਨ ਦੇ ਵਿੱਚੋਂ ਆਨਸਰ ਨੂੰ ਲੱਭੋ। ਠੀਕ ਹੈ, ਤਾਂ ਇਹ ਹੁੰਦਾ ਤਿਆਰੀ ਦਾ ਮਤਲਬ। ਜੇ ਤੁਹਾਡੀ ਤਿਆਰੀ ਹੈ ਤਾਂ ਤੁਹਾਡਾ ਦਿਮਾਗ ਕੀ ਕਰੂਗਾ? ਤੁਹਾਡਾ ਦਿਮਾਗ ਆਪਸ਼ਨ ਨੂੰ ਲੱਭੂਗਾ। ਜਿਵੇਂ ਮੰਨ ਲਓ ਕੁਐਸਚਨ ਤੁਸੀਂ ਪੜਿਆ, ਅਹੁਦੇ ਅਨੁਸਾਰ ਰਾਜ ਸਭਾ ਦਾ ਚੇਅਰਮੈਨ ਕੌਣ ਹੈ, ਤਾਂ ਤੁਸੀਂ ਇਹ ਸੋਚੋਗੇ ਨਹੀਂ ਵੀ ਹਾਂ ਯਾਰ ਪਹਿਲੀ ਆਪਸ਼ਨ ਦੇਖਾਂ ਜਾਂ ਦੂਜੀ ਦੇਖਾਂ ਜਾਂ ਤੀਜੀ ਦੇਖਾਂ ਨਾ। ਤੁਹਾਡਾ ਦਿਮਾਗ ਨਾਲ ਦੀ ਨਾਲ ਕਲਿੱਕ ਕਰੂਗਾ ਵੀ ਭਾਰਤ ਦਾ ਉਪ ਰਾਸ਼ਟਰਪਤੀ। ਠੀਕ ਹੈ, ਤਾਂ ਉੱਥੇ ਉਪ ਰਾਸ਼ਟਰਪਤੀ ਲੱਭੋਗੇ ਨਾਲ ਦੀ ਨਾਲ, ਤਾਂ ਤੁਹਾਨੂੰ ਆਪਸ਼ਨ ਪੜ੍ਹਨ ਦੀ ਲੋੜ ਨਹੀਂ ਪੈਂਦੀ ਇੱਥੇ, ਜੇ ਤਿਆਰੀ ਹੈਗੀ ਤਾਂ। 47 ਨੰਬਰ ਕੁਐਸਚਨ ਦੇਖ ਲੈਣੇ ਆ। ਰਾਸ਼ਟਰਪਤੀ ਇਸ ਆਰਟੀਕਲ ਅਧੀਨ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ। ਠੀਕ ਹੈ, ਕੱਲ ਆਪਾਂ ਪੜਿਆ ਸੀ ਮੁੱਖ ਮੰਤਰੀ ਦਾ, ਇੱਥੇ ਆ ਗਿਆ ਪ੍ਰਧਾਨ ਮੰਤਰੀ ਦਾ। ਹੁਣ ਦੇਖੋ ਤੁਹਾਨੂੰ ਥੋੜਾ ਪੈਟਰਨ ਸਮਝ ਆ ਰਿਹਾ ਹੋਗਾ ਪੇਪਰ ਦਾ ਵੀ ਇੱਕ ਵਾਰੀ ਪ੍ਰਧਾਨ ਮੰਤਰੀ ਦੀ ਗੱਲ ਕਰਦਾ ਹੈ, ਇੱਕ ਵਾਰੀ ਮੁੱਖ ਮੰਤਰੀ ਦੀ ਗੱਲ ਕਰਦਾ ਹੈ, ਰਾਸ਼ਟਰਪਤੀ ਦੀ ਗੱਲ ਕਰਦਾ ਪਹਿਲੇ ਦੀ, ਫਿਰ ਦੂਜੇ ਦੀ ਗੱਲ ਕਰ ਲੈਂਦਾ ਹੈ ਨਾ। ਤਾਂ ਇਸ ਤਰ੍ਹਾਂ ਆਸੇ ਪਾਸੇ ਉਹਨੂੰ ਘੁਮਾ ਲੈਂਦਾ ਪੇਪਰ ਨੂੰ ਉਹ। ਤਾਂ ਇਸ ਤਰ੍ਹਾਂ ਜਦੋਂ ਤੁਹਾਨੂੰ ਪੇਪਰ ਦਾ ਪੈਟਰਨ ਸਮਝ ਆ ਗਿਆ ਤਾਂ ਤੁਸੀਂ ਪੇਪਰ ਨੂੰ ਪਾਸ ਆਰਾਮ ਨਾਲ ਕਰ ਲਓਗੇ ਤੇ ਚੰਗੇ ਨੰਬਰਾਂ ਦੇ ਨਾਲ ਤੁਸੀਂ ਪੇਪਰ ਨੂੰ ਪਾਸ ਕਰ ਲਓਗੇ। ਫਿਰ ਰਾਸ਼ਟਰਪਤੀ ਇਸ ਆਰਟੀਕਲ ਤਹਿਤ ਕਿਹੜੇ ਆਰਟੀਕਲ ਤਹਿਤ ਕਰਦਾ? ਆਰਟੀਕਲ ਨੰਬਰ 75 ਤਹਿਤ ਕਰਦਾ ਹੈ। ਠੀਕ ਹੈ, ਅੱਛਾ ਜੀ, ਆਪਾਂ ਇਹਨੂੰ
ਮੁੱਖ ਮੰਤਰੀ ਦੇ ਨਾਲ ਜੋੜ ਦਈਏ ਤਾਂ ਦੇਖੋ ਪ੍ਰਧਾਨ ਮੰਤਰੀ ਵਾਲੇ ਆਰਟੀਕਲ 'ਚ 7 ਆਉਂਦਾ ਹੈ, ਮੁੱਖ ਮੰਤਰੀ ਵਾਲੇ ਆਰਟੀਕਲ ਦੇ ਵਿੱਚ 16 ਆ ਜਾਊਗਾ। ਇੱਥੇ 5 ਆਉਂਦਾ ਹੈ ਤਾਂ ਉੱਥੇ ਘਟਾ ਲਿਓ, ਉੱਥੇ 4 ਆ ਜਾਊਗਾ। ਠੀਕ ਹੈ, 164 ਆਰਟੀਕਲ ਹੋ ਗਿਆ ਨਾ, ਤਾਂ ਇਹ ਕਈ ਆਰਟੀਕਲਸ ਨਾਲ ਅਸੀਂ ਕੋਰਿਲੇਟ ਕਰਕੇ ਉਹਨੂੰ ਯਾਦ ਰੱਖ ਸਕਦੇ ਹਾਂ। 48 ਨੰਬਰ ਕੁਐਸਚਨ ਦੇਖ ਲੈਂਦੇ ਹਾਂ। ਆਰਟੀਕਲ ਕਿਹੜੇ ਆਰਟੀਕਲ ਤਹਿਤ ਰਾਸ਼ਟਰਪਤੀ ਗਵਰਨਰ ਦੀ ਅਪਾਇੰਟਮੈਂਟ ਕਰਦਾ ਹੈ? ਠੀਕ ਹੈ, ਤਾਂ ਇਹਦਾ ਆਨਸਰ ਆਊਗਾ ਜੀ ਆਰਟੀਕਲ ਨੰਬਰ 155 ਦੇ ਅਨੁਸਾਰ ਭਾਰਤ ਦਾ ਜਿਹੜਾ ਰਾਸ਼ਟਰਪਤੀ ਉਹ ਆਰਟੀਕਲ ਦੀ ਇਸ ਆਰਟੀਕਲ ਦੇ ਤਹਿਤ ਰਾਜਪਾਲ ਦੀ ਅਪਾਇੰਟਮੈਂਟ ਜਿਹੜਾ ਕਰਦਾ ਹੁੰਦਾ ਹੈ। ਠੀਕ ਹੈ, ਮੁੱਖ ਮੰਤਰੀ ਦਾ ਕਾਰਜਕਾਲ 49 ਨੰਬਰ ਕੁਐਸਚਨ ਦੇਖਦੇ ਹਾਂ। ਮੁੱਖ ਮੰਤਰੀ ਦਾ ਕਾਰਜਕਾਲ ਨਿਸ਼ਚਿਤ ਹੈ, ਅਨਿਸ਼ਚਿਤ ਹੈ, ਸਥਾਈ ਹੈ, ਅਸਥਾਈ ਹੈ। ਤੇ ਇਹਦਾ ਕਾਰਜਕਾਲ ਦੇਖੋ ਬਈ ਅਨਿਸ਼ਚਿਤ ਮੰਨਿਆ ਜਾਂਦਾ ਹੈਗਾ। ਠੀਕ ਹੈ, ਸਥਾਈ ਕਿਉਂ ਨਹੀਂ ਮੰਨਿਆ ਜਾਂਦਾ ਹੈਗਾ, ਨਿਸ਼ਚਿਤ ਕਿਉਂ ਨਹੀਂ ਮੰਨਿਆ ਜਾਂਦਾ? ਕਿਉਂਕਿ ਮੁੱਖ ਮੰਤਰੀ 2 ਦਿਨਾਂ ਦੇ ਵੀ ਹੁੰਦੇ ਨੇ ਤੇ ਮੁੱਖ ਮੰਤਰੀ 25 ਸਾਲ ਵੀ ਹੁੰਦੇ ਨੇ। ਠੀਕ ਹੈ, ਹੁਣ ਇਹ ਨਹੀਂ ਹੈਗਾ ਵੀ ਬੰਦਾ ਇੱਕ ਵਾਰੀ ਮੁੱਖ ਮੰਤਰੀ ਬਣ ਗਿਆ ਤਾਂ 5 ਸਾਲ ਰਹੂਗਾ, ਨਹੀਂ, ਉਹ 2 ਦਿਨਾਂ 'ਚ ਵੀ ਖਤਮ ਹੋ ਸਕਦਾ, ਉਹਦਾ 10 ਦਿਨਾਂ 'ਚ ਵੀ ਹੋ ਸਕਦਾ ਹੈਗਾ। ਠੀਕ ਹੈ, 1 ਸਾਲ ਵੀ ਰਹਿ ਸਕਦਾ ਹੈ। ਮਤਲਬ ਜਦੋਂ ਤੱਕ ਕਿਸੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਦੇ ਵਿੱਚ ਬਹੁਮਤ ਹਾਸਲ ਹੈਗਾ ਤਾਂ ਉਦੋਂ ਤੱਕ ਉਹ ਰਹੂਗਾ, ਅਦਰਵਾਈਜ਼ ਉਹ ਅਹੁਦਾ ਛੱਡ ਦਿੱਤਾ ਜਾਊਗਾ। ਇਸ ਕਰਕੇ ਇਹਦਾ ਕਾਰਜਕਾਲ ਅਨਿਸ਼ਚਿਤ ਕਾਰਜਕਾਲ ਹੈ। 50 ਨੰਬਰ ਕੁਐਸਚਨ ਦੇਖ ਲੈਂਦੇ ਹਾਂ। ਭਾਰਤੀ ਸੰਵਿਧਾਨ ਨਾਗਰਿਕਤਾ ਦੇ ਮਸਲੇ ਨਾਲ ਇਸ ਆਰਟੀਕਲ ਨਾਲ ਨਜਿੱਠਦਾ ਹੈ। ਅਜੀਬੋ ਗਰੀਬ ਜੀ ਪੰਜਾਬੀ ਬਣਾ ਦਿੰਦੇ ਨੇ ਨਾ ਇਹ, ਹੁਣ ਇੰਗਲਿਸ਼ ਕੁਝ ਹੋਰ ਬਣੀ ਜਾਂਦਾ ਹੈ ਤੇ ਇੱਥੇ ਨਜਿੱਠਦਾ ਹੈ। ਨਜਿੱਠਣ ਦਾ ਮਤਲਬ ਇੱਥੇ ਕੀ ਬਣ ਰਿਹਾ ਨਾ, ਤਾਂ ਇਹ ਕਹਿ ਲਓ ਵੀ ਨਾਗਰਿਕਤਾ ਦਾ ਸੰਬੰਧ ਕਿਹੜੇ ਆਰਟੀਕਲ ਤੋਂ ਕਿੰਨੇ ਆਰਟੀਕਲ ਦੇ ਵਿੱਚ ਹੈ ਨਾ, ਤਾਂ ਸਾਨੂੰ ਪਤਾ ਵੀ ਇਹ ਆਰਟੀਕਲ ਨੰਬਰ 5 ਤੋਂ ਲੈ ਕੇ 11 ਤੱਕ ਪਾਰਟ ਨੰਬਰ 2 ਦੇ ਵਿੱਚ ਇਹਦਾ ਵਰਣਨ ਕੀਤਾ ਗਿਆ, ਸਭ ਨੂੰ ਪਤਾ ਹੈ ਨਾ। ਤਾਂ 51 ਨੰਬਰ ਕੁਐਸਚਨ ਦੇਖੋ ਕੀ ਕਹਿ ਰਿਹਾ, ਭਾਰਤ ਦੇ ਵਿਦੇਸ਼ੀ ਨਾਗਰਿਕ ਸ਼ਰਤ ਨੂੰ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਹੁਣ ਇੱਥੇ ਸਮਝਾ ਦਿਓ ਤੁਹਾਨੂੰ ਓਵਰਸੀਜ਼ ਸਿਟੀਜ਼ਨਸ਼ਿਪ ਇੰਡੀਆ, ਤਾਂ ਸਾਡੇ 2 ਪ੍ਰਕਾਰ ਦੇ ਪਾਸਪੋਰਟ ਹੁੰਦੇ ਸੀ ਪਹਿਲਾਂ। ਇੱਕ ਹੁੰਦਾ ਸੀ ਪਾਸਪੋਰਟ OCI, ਇੱਕ ਹੁੰਦਾ ਸੀ PIO। ਇੱਕ ਹੋਰ ਵੀ ਹੁੰਦੇ ਨੇ NRI ਵੀ ਹੁੰਦੇ ਨੇ। NRI ਤਾਂ ਖੈਰ ਜਿਹੜੇ ਕਦੇ ਇੰਡੀਆ 'ਚ ਬਾਗੇ, ਠੀਕ ਹੈ, 180 ਦਿਨ ਦੇ ਵਿੱਚ ਉਹ ਬਾਹਰ ਰਹਿੰਦੇ ਨੇ, ਫਿਰ ਇੰਡੀਆ 'ਚ ਆ ਜਾਂਦੇ ਨੇ, ਤੇ ਪਾਸਪੋਰਟ ਉਹਨਾਂ ਕੋਲ ਇੰਡੀਆ ਦਾ ਹੀ ਹੁੰਦਾ ਹੈ। ਇੱਕ OCI ਕਾਰਡ ਬਣਾਇਆ ਗਿਆ ਸੀਗਾ, ਓਵਰਸੀਜ਼ ਸਿਟੀਜ਼ਨਸ਼ਿਪ ਕਾਰਡ ਆਫ ਇੰਡੀਆ, ਇਹ ਬਣਾਇਆ ਗਿਆ ਸੀ 2003 ਦੇ ਵਿੱਚ। ਫਿਰ ਇਸ ਕਾਰਡ ਨੂੰ PIO ਪੀਪਲ ਆਫ ਇੰਡੀਅਨ ਓਰੀਜਨ ਜਿਹੜਾ ਸੀਗਾ, ਇਹਨੂੰ ਦੋਨਾਂ ਨੂੰ ਕਾਰਡ ਨੂੰ 2015 ਦੇ ਵਿੱਚ ਮਰਜ ਕਰ ਦਿੱਤਾ ਗਿਆ। ਠੀਕ ਹੈ, ਤਾਂ 2015 ਵਾਲਾ ਕੁਐਸਚਨ ਵੀ ਆ ਚੁੱਕਿਆ ਤੇ 2003 ਵਾਲਾ ਕੁਐਸਚਨ ਵੀ ਆ ਚੁੱਕਿਆ ਹੈ। 52 ਨੰਬਰ ਕੁਐਸਚਨ ਦੇਖ ਲੈਂਦੇ ਹਾਂ। ਕੌਣ ਗੁੱਟ ਨਿਰਲੇਪਤਾ ਮੁਹਿੰਮ ਦਾ ਲੀਡਰ ਨਹੀਂ ਸੀਗਾ? ਤਾਂ ਕੱਲ ਵੀ ਕੁਐਸਚਨ ਆਪਾਂ ਦੇਖਿਆ ਸੀ, ਪਰ ਪਹਿਲਾਂ ਪੇਪਰ 'ਚ ਦੇਖਿਆ। ਨਹਿਰੂ ਵੀ ਸੀਗੇ, ਜੋਸਫ ਟੀਟੋ ਵੀ ਸੀਗੇ, ਅਬਦੁਲ ਨਾਸਿਰ ਵੀ ਸੀਗੇ, ਜੋਸਫ ਸਟਾਲਿਨ ਜਿਹੜੇ ਰੂਸ ਤੋਂ ਬਿਲੋਂਗ ਕਰਦੇ ਸੀ ਇਹ ਨਹੀਂ ਸੀਗੇ। ਤਾਂ ਆਨਸਰ ਆ ਜਾਊਗਾ ਜੋਸਫ ਸਟਾਲਿਨ। 53 ਪੰਚਸ਼ੀਲ ਦੀ ਧਾਰਨਾ। ਹੁਣ ਪੰਚਸ਼ੀਲ ਕੀ ਸੀ? ਪੰਚਸ਼ੀਲ ਦਾ ਇੱਕ ਸਿਧਾਂਤ ਸੀਗਾ, 5 ਸਮਝੌਤੇ ਕਿਹਦੇ ਵਿਚਕਾਰ ਹੋਏ ਸੀ? ਭਾਰਤ ਤੇ ਚੀਨ ਦੇ ਵਿਚਕਾਰ ਹੋਇਆ ਸੀ 1954 ਦੇ ਵਿੱਚ ਹੋਇਆ ਸੀ ਇਹ। ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਐਨ ਲਾਈ ਦੇ ਵਿਚਕਾਰ ਹੋਇਆ ਸੀ। ਤਾਂ ਪੰਚਸ਼ੀਲ ਦੀ ਧਾਰਨਾ ਸੰਬੰਧਿਤ ਹੈ ਕਿਹਦੇ ਨਾਲ? ਗੁੱਟ ਨਿਰਲੇਪਤਾ ਮੁਹਿੰਮ ਦੇ ਨਾਲ ਸੰਬੰਧਿਤ ਹੈ। ਇਹਨੂੰ ਇਹਦੇ ਵਿੱਚ ਲਾਗੂ ਕੀਤਾ ਗਿਆ ਸੀ ਬਈ। ਠੀਕ ਹੈ, ਯਾਦ ਰੱਖਿਓ ਇਹ। 54 ਨੰਬਰ ਕੁਐਸਚਨ ਦੇਖੋ ਕੀ ਕਹਿੰਦਾ ਹੈ, UNO ਦਾ ਜਨਰਲ ਸਕੱਤਰ ਕੌਣ ਹੈ? ਤਾਂ 2017 ਦਾ ਜਨਰਲ ਸਕੱਤਰ ਪੁੱਛਿਆ ਗਿਆ ਸੀਗਾ। ਤਾਂ ਉਸ ਟਾਈਮ ਐਂਟੋਨੀਓ ਗੁਟੇਰਸ ਹੈਗੇ ਸੀ, ਇਸ ਟਾਈਮ ਵੀ ਐਂਟੋਨੀਓ ਗੁਟੇਰਸ ਹੀ ਨੇਗੇ ਤੇ ਉਸ ਟਾਈਮ ਵੀ ਹੈਗੇ ਸੀ ਨਾ। ਦੂਸਰਾ ਕਾਰਜਕਾਲ ਸ਼ੁਰੂ ਹੋ ਚੁੱਕਿਆ ਬਈ ਇਹ। ਠੀਕ ਹੈ, ਤਾਂ ਐਂਟੋਨੀਓ ਗੁਟੇਰਸ ਦਾ ਆਨਸਰ ਆਊਗਾ। 55 ਨੰਬਰ ਕੁਐਸਚਨ ਦੇਖ ਲੈਂਦੇ, ਭਾਰਤ ਦਾ ਉਪ ਰਾਸ਼ਟਰਪਤੀ ਕੌਣ ਹੈ? ਉਸ ਟਾਈਮ 2017 ਦੀ ਗੱਲ ਕਰਦੇ ਹਾਂ, ਤਾਂ 2017 ਵਿੱਚ ਵੀ ਕੌਣ ਸੀ? ਵੈਂਕਈਆ ਨਾਇਡੂ ਨੇ, ਹੁਣ ਵੀ ਵੈਂਕਈਆ ਹੀ ਨਾਇਡੂ ਨੇਗੇ। ਠੀਕ ਹੈ, 2022 ਚ ਇਹਨਾਂ ਦਾ ਕਾਰਜਕਾਲ ਬਦਲਿਆ ਜਾਣਾ ਹੈਗਾ 5 ਸਾਲ ਬਾਅਦ। 56 ਨੰਬਰ ਕੁਐਸਚਨ ਦੇਖ ਲੈਂਦੇ, ਇਹ ਆਪਾਂ ਪਹਿਲਾਂ ਵੀ ਦੇ ਚੁੱਕੇ ਹਾਂ। ਸੰਵਿਧਾਨ ਦਾ ਆਰਟੀਕਲ 124 ਕਿਹਦੇ ਨਾਲ ਸੰਬੰਧਿਤ ਹੈ? ਤਾਂ ਇਹ ਸੁਪਰੀਮ ਕੋਰਟ ਦੀ ਸਥਾਪਨਾ, ਸਾਨੂੰ ਪਤਾ ਹੈ ਸੁਪਰੀਮ ਕੋਰਟ ਦੀ ਸਥਾਪਨਾ ਨਾਲ ਸੰਬੰਧਿਤ ਹੈ। ਕਦੋਂ ਸਥਾਪਨਾ ਹੋਈ ਸੀ ਇਹਦੀ? ਕਮੈਂਟ ਬਾਕਸ 'ਚ ਦੱਸਿਓ ਵੀ ਕਦੋਂ ਸਥਾਪਨਾ ਹੋਈ ਸੁਪਰੀਮ ਕੋਰਟ ਦੀ, ਪ੍ਰੋਪਰ ਡੇਟ। 57 ਨੰਬਰ ਕੁਐਸਚਨ ਹੈ, ਸੁਪਰੀਮ ਕੋਰਟ ਦੇ ਕਿੰਨੇ ਜੱਜਾਂ ਦੇ ਉੱਪਰ ਮਹਾਦੋਸ਼ ਲੱਗ ਚੁੱਕਿਆ ਹੈ? ਕਿੰਨੇ ਜੱਜਾਂ ਦੇ ਉੱਪਰ? ਤਾਂ ਇਹਦਾ ਆਨਸਰ ਆਊਗਾ ਜੀ ਕੋਈ ਨਹੀਂ। ਤੁਸੀਂ ਕਹੋਗੇ ਇੱਕ ਤੇ ਲੱਗਿਆ ਸੀ ਜੀ ਵੀ ਰਾਮਾਸਵਾਮੀ ਤੇ ਲੱਗਿਆ ਹੋਇਆ, ਇੱਥੇ ਲਿਖਿਆ ਵੀ ਰਾਮਾਸਵਾਮੀ ਹੈ ਨਾ, ਕਿਸੇ ਨੇ ਲਿਖਤਾ ਹੋਊਗਾ ਇੱਥੇ। ਪਰ ਵੀ ਰਾਮਾਸਵਾਮੀ ਦੇ ਖਿਲਾਫ 1993 ਦੇ ਵਿੱਚ ਪੰਜਾਬ ਐਂਡ ਹਰਿਆਣਾ ਕੋਰਟ ਦੇ ਮੁੱਖ ਜੱਜ ਰਹੇ ਨੇ ਉਹ, ਤਾਂ ਉਸ ਟਾਈਮ ਉਹਨਾਂ ਦੇ ਕਰਪਸ਼ਨ ਦੇ ਦੋਸ਼ ਲੱਗੇ ਸੀਗੇ, ਪਰ ਉਹਨਾਂ ਦੇ ਖਿਲਾਫ ਉਹਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਨਹੀਂ ਸ਼ੁਰੂ ਕੀਤੀ ਜਾ ਸਕੀ। ਠੀਕ ਹੈ ਨਾ, ਉਹ ਪ੍ਰਕਿਰਿਆ ਜਿਹੜੀ ਸੀ ਪੂਰੀ ਨਹੀਂ ਹੋ ਸਕੀ ਸੀ, ਇਸ ਕਰਕੇ ਕਿਸੇ ਵੀ ਜੱਜ ਦੇ ਉੱਪਰ ਅਸੀਂ ਇਹ ਨਹੀਂ ਕਹਿ ਸਕਦੇ ਦੋਸ਼ ਅਜੇ ਤੱਕ ਲੱਗੇ ਹੋਏ ਨੇ। ਤਾਂ ਇਹਦਾ ਆਨਸਰ ਆਊਗਾ ਜੀ ਕੋਈ ਨਹੀਂ। ਭਾਰਤ ਦਾ ਮੁੱਖ ਨਿਆਂਧੀਸ਼ ਕੌਣ ਹੈ? CJI ਕੌਣ ਹੈ ਭਾਰਤ ਦਾ? ਤਾਂ ਇਹ ਬਦਲਦੇ ਰਹਿੰਦੇ ਨੇ। ਠੀਕ ਹੈ, ਤਾਂ ਜੇ ਅੱਜ ਪੁੱਛਾਂਗੇ ਤਾਂ ਅੱਜ ਕੌਣ ਹੈ ਜੀ? ਅੱਜ ਹੈਗੇ ਜੀ NV ਰਮਨਾ। ਠੀਕ ਹੈ, NV ਰਮਨਾ ਇਸ ਸਮੇਂ ਵਰਤਮਾਨ ਦੇ ਵਿੱਚ ਨੇ, ਉਸ ਟਾਈਮ ਕੋਈ ਹੋਊਗਾ ਤਾਂ ਹਨਾ, ਸ਼ਾਇਦ ਦੀਪਕ ਮਿਸਰਾ ਸੀ ਉਸ ਟਾਈਮ, ਤਾਂ ਇਹ ਯਾਦ ਰੱਖਿਓ ਜੀ। ਤੇ ਇਹਦਾ ਆਨਸਰ ਆਊਗਾ NV ਰਮਨਾ। ਠੀਕ ਹੈ, NV ਰਮਨਾ। ਕਿੰਨਵੇਂ ਨੇ ਇਹ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਕਿੰਨਵੇਂ ਨੇ ਇਹ। 59 ਨੰਬਰ ਕੁਐਸਚਨ ਦੇਖ ਲੈਣੇ। ਆਜ਼ਾਦ ਭਾਰਤ ਵਿੱਚ ਸੁਪਰੀਮ ਕੋਰਟ ਦਾ ਪਹਿਲਾ ਮੁੱਖ ਜੱਜ ਕੌਣ ਸੀ? ਉਹ ਸਾਰੇ ਸੁਪਰੀਮ ਕੋਰਟ ਦੇ ਜੱਜ ਨੂੰ ਜਿਹੜੇ ਇੰਪੋਰਟੈਂਟ ਨੇ, ਮਤਲਬ ਵੀ ਪਹਿਲਾਂ ਕੌਣ ਸੀ, ਕੋਈ ਲੇਡੀਜ਼ ਬਣੀ ਹੈ ਕਿ ਨਹੀਂ ਬਣੀ, ਲੇਡੀਜ਼ ਕੋਈ ਸੁਪਰੀਮ ਕੋਰਟ ਦੀ ਜੱਜ ਬਣੀ ਹੈ ਤਾਂ ਕਿਹੜੀ ਬਣੀ ਹੈ? ਠੀਕ ਹੈ, ਜਾਂ ਫਿਰ ਪਹਿਲਾਂ ਦਲਿਤ ਕੌਣ ਸੀ, ਜਾਂ PIL ਦੀ ਸਥਾਪਨਾ ਕਿਹਨੇ ਕੀਤੀ ਹੈ, ਸੁਤੰਤਰ ਭਾਰਤ ਤੋਂ ਬਾਅਦ ਜਨਮਿਆ ਕੌਣ ਹੈਗਾ, ਤੇ ਇਸ ਤਰ੍ਹਾਂ ਤੁਹਾਨੂੰ ਪਤਾ ਹੋਣਾ ਚਾਹੀਦੇ ਨੇ।
ਤਾਂ ਇਹ ਸੀ ਜੀ ਪਹਿਲੇ HL ਕਾਨੀਆ ਮਤਲਬ ਹੀਰਾ ਲਾਲ ਕਾਨੀਆ ਸੀਗੇ। 60 ਨੰਬਰ ਕੁਐਸਚਨ ਦੇਖ ਲੈਂਦੇ ਆ। ਪੰਜਾਬ ਹਰਿਆਣਾ ਹਾਈ ਕੋਰਟ ਦਾ ਮੁੱਖ ਜੱਜ ਕੌਣ ਹੈਗਾ? ਤਾਂ ਉਸ ਟਾਈਮ ਵਜੀਫ ਯਾਰ ਸੀਗੇ, ਤੇ ਹੁਣ ਜੇ ਪੁੱਛਿਆ ਜਾਊਗਾ ਤਾਂ ਕੌਣ ਹੈ ਜੀ? ਹੁਣ ਹੈਗੇ ਨੇ ਇਹ ਰਵੀ ਸ਼ੰਕਰ ਝਾ। ਇਹ ਜਦੋਂ ਅੱਜ ਦੀ ਡੇਟ ਦੇ ਵਿੱਚ 31 ਦਸੰਬਰ ਨੂੰ ਇਹ ਵੀਡੀਓ ਜਿਹੜੀ ਆਪਾਂ ਬਣਾ ਰਹੇ ਹੈਗੇ, ਤੇ ਇਸ ਟਾਈਮ ਰਵੀ ਸ਼ੰਕਰ ਝਾ ਨੇ। ਜਦੋਂ ਕੋਈ ਤੁਸੀਂ ਇਹਨੂੰ ਬਾਅਦ ਚ ਦੇਖੋਗੇ ਤਾਂ ਉਸ ਟਾਈਮ ਹੋ ਸਕਦਾ ਕੋਈ ਬਦਲ ਗਿਆ ਹੋਵੇ। 61 ਨੰਬਰ ਕੁਐਸਚਨ ਦੇਖ ਲੈਣੇ। ਪੰਜਾਬ ਵਿਧਾਨ ਸਭਾ ਕਿੱਥੇ ਹੈ? ਤੁਹਾਨੂੰ ਪਤਾ ਹੀ ਹੈ ਨਾ ਕਿੱਥੇ ਹੋਊਗੀ, ਤਾਂ ਫਿਰ ਚੰਡੀਗੜ੍ਹ ਦੇ ਵਿੱਚ ਹੋਊਗੀ, ਤਾਂ ਆਨਸਰ ਚੰਡੀਗੜ੍ਹ ਆ ਜਾਊਗਾ, ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਤਾਂ 62 ਨੰਬਰ ਕੁਐਸਚਨ ਦੇਖੋ। ਕੱਲ ਹਰਿਆਣਾ ਦੀ ਗੱਲ ਕੀਤੀ ਸੀ, ਅੱਜ ਪੰਜਾਬ ਵਿਧਾਨ ਸਭਾ ਦੀ ਗੱਲ ਪੁੱਛ ਰਿਹਾ ਹੈ। ਤਾਂ ਪੰਜਾਬ 'ਚ ਵਿਧਾਨ ਸਭਾ ਦੀ ਸੀਟਾਂ ਕੁੱਲ ਕਿੰਨੀਆਂ ਨੇ? 117। ਵੈਰੀ ਸਿੰਪਲ ਕੁਐਸਚਨ ਸੀ ਇਹ। 63 ਨੰਬਰ ਕੁਐਸਚਨ ਦੇਖ ਲੈਣੇ। ਪੰਜਾਬ ਵਿਧਾਨ ਸਭਾ ਦਾ ਸਪੀਕਰ ਕੌਣ ਹੈ? ਤਾਂ ਸਪੀਕਰ 2017 ਦੀ ਗੱਲ ਕਰ ਰਹੇ ਹੈ। 2017 ਦੇ ਵਿੱਚ ਵੀ ਸੇਮ ਸੀ ਰਾਣਾ KP ਸਿੰਘ, ਹੁਣ ਵੀ ਰਾਣਾ KP ਸਿੰਘ ਹੀ ਨੇ। 64 ਨੰਬਰ ਕੁਐਸਚਨ ਪੁੱਛ ਰਿਹਾ ਹੈ, ਪੰਜਾਬੀ ਬਣਾਉਣਾ ਭੁੱਲ ਗਿਆ ਹੈ। Which article in the Indian Constitution deals with the right to equality of opportunity and employment in public office? ठीक है, तो नौकरी की समानता या अफसर की समानता की गल किहड़ा आर्टिकल करता? तुहानूं पता आर्टिकल 20 नहीं करता है, दो सीधी है। तो आर्टिकल 18 उपाधियां का खत्म कर दिंदा है, इस नूं 6 प्रकार की स्वतंत्रता प्रदान करता है। तो एक रहेगा बस किहड़ा जी? आर्टिकल नंबर 16 सूं अफसर की समानता दिंदा है, नौकरी की समानता दिंदा है। 65 नंबर आर्टिकल देख लेने। मौलिक अधिकारां दी सूची दे विच संपत्ति दा अधिकार कदों ਜਿਹੜਾ ਸੀ ਹਟਾ ਦਿੱਤਾ ਗਿਆ ਸੀ? ਤਾਂ ਕਿਹੜੀ ਅਮੈਂਡਮੈਂਟ ਦੁਆਰਾ ਹਟਾਇਆ ਗਿਆ ਸੀ? ਤੁਹਾਨੂੰ ਪਤਾ ਜੀ, ਵੈਰੀ ਇੰਪੋਰਟੈਂਟ ਹੈ। ਤਾਂ ਨਾ ਜੀ, ਤਾਂ ਇਹ 44 ਅਮੈਂਡਮੈਂਟ ਦੇ ਦੁਆਰਾ ਇਹਨੂੰ ਹਟਾ ਦਿੱਤਾ ਗਿਆ ਸੀ। ਮੁਰਾਰਜੀ ਦੇਸਾਈ ਦੀ ਸਰਕਾਰ ਸੀ, ਤਾਂ ਹੁਣ ਕਿੱਥੇ ਹੈ ਜੀ? ਇਹ ਹੁਣ ਕਾਨੂੰਨੀ ਅਧਿਕਾਰ ਬਣ ਗਿਆ ਇਹ। ਤਾਂ ਕਿਹੜੇ ਆਰਟੀਕਲ ਦੇ ਵਿੱਚ ਪਾ ਦਿੱਤਾ ਗਿਆ ਇਹਨੂੰ ਬਈ? ਦੱਸ ਦਿਓ ਮਾੜਾ ਜਿਹਾ। ਆਰਟੀਕਲ ਨੰਬਰ ਕਿੰਨੇ ਏ 'ਚ ਪਾਇਆ ਗਿਆ ਇਹ ਤੁਸੀਂ ਕਮੈਂਟ ਬਾਕਸ 'ਚ ਦੱਸ ਦਿਓ। 66 ਨੰਬਰ ਕੁਐਸਚਨ। ਭਾਰਤੀ ਸੰਵਿਧਾਨ ਦਾ ਆਰਟੀਕਲ ਨੰਬਰ 17 ਕਿਸ ਚੀਜ਼ ਦੀ ਵਕਾਲਤ ਕਰਦਾ? ਹੁਣ ਇਹ ਸਮਾਨਤਾ ਦਾ ਅਧਿਕਾਰ ਹੈ, ਤਾਂ ਇਹ ਅਫਸਰ ਦੀ ਸਮਾਨਤਾ, ਠੀਕ ਹੈ, ਲਿੰਗ ਸਮਾਨਤਾ, ਅਛੂਹਣ ਦੇ ਖਾਤਮੇ, ਟੱਚੇਬਿਲਿਟੀ, ਠੀਕ ਹੈ ਜੀ। ਨਾਮ ਪੰਜਾਬੀ ਨੂੰ ਤਾਂ ਹੋਰ ਹੀ ਕੁਝ ਬਣਾ ਦਿੰਦੇ ਨੇ, ਅਛੂਹਣਤਾ ਦੇ ਖਾਤਮੇ ਦੀ, ਠੀਕ ਹੈ, ਛੂਆ-ਛੂਤ ਦੇ ਖਾਤਮੇ ਦੀ ਕਰਦਾ ਇਹ ਆਰਟੀਕਲ ਨੰਬਰ 17। 67 ਨੰਬਰ ਕੁਐਸਚਨ ਦੇਖ ਲੈਣੇ। ਭਾਰਤੀ ਸੰਵਿਧਾਨ ਦਾ ਆਰਟੀਕਲ ਨੰਬਰ 19। ਆਰਟੀਕਲ ਬਾਰੇ ਕਾਫੀ ਜ਼ਿਆਦਾ ਕੁਐਸਚਨ ਪੁੱਛੇ ਗਏ ਸੀ, ਵੀ ਆਰਟੀਕਲ ਬਹੁਤ ਇੰਪੋਰਟੈਂਟ ਹੈ। ਤੁਸੀਂ ਜੇ ਕਾਫੀ ਸਾਰੇ ਆਰਟੀਕਲ ਕਰਨੇ ਨੇ, ਆਰਟੀਕਲ ਬਾਰੇ ਪੜ੍ਹਨਾ ਚਾਹੁੰਦੇ ਚੰਗੀ ਤਰ੍ਹਾਂ, ਤਾਂ ਮੇਰੀ ਇੱਕ ਵੀਡੀਓ ਆਰਟੀਕਲ ਦੀ ਹੈਗੀ ਹੈ, ਤੁਸੀਂ ਪਲੇ ਲਿਸਟ ਦੇ ਵਿੱਚ ਆ ਕੇ ਦੇਖ ਸਕਦੇ ਹੋਗੇ। ਤਾਂ ਮੈਂ ਸਾਰੇ ਆਰਟੀਕਲ ਦੇ ਵਿੱਚ ਆਲਮੋਸਟ ਲਗਭਗ ਸਾਰੇ ਆਰਟੀਕਲ ਕਰਾਏ ਹੋਏ ਨੇ, ਵਿੱਚ ਤੁਸੀਂ ਦੇਖ ਲਿਓ। ਭਾਰਤੀ ਸੰਵਿਧਾਨ ਦਾ ਆਰਟੀਕਲ ਨੰਬਰ 19 ਭਾਰਤ ਵਿੱਚ ਨਾਗਰਿਕਾਂ ਨੂੰ ਗਰੰਟੀ ਦਿੰਦਾ ਹੈ, ਠੀਕ ਹੈ। ਤਾਂ ਇਹਦੇ ਆਪਸ਼ਨ ਦੱਸਿਆ ਕਰੋ ਵੀ, ਸਾਰੇ ਬਹੁਤ ਘੱਟ ਬੰਦੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਦੇ ਹੁੰਦੇ ਹੋ। ਤਾਂ ਆਰਟੀਕਲ ਨੰਬਰ 19 ਕੀ ਕਹਿੰਦਾ ਬਈ? ਸਾਨੂੰ ਇਹ ਸੁਤੰਤਰਤਾ ਦਾ ਅਧਿਕਾਰ ਦਿੰਦਾ ਹੈ, ਸ਼ਾਂਤਮਈ ਢੰਗ ਨਾਲ ਇਕੱਠ ਕਰਨ ਦਾ ਅਧਿਕਾਰ ਵੀ ਦਿੰਦਾ ਹੈ, ਤੇ ਭਾਰਤ ਸੁਤੰਤਰ ਘੁੰਮਣ ਦਾ ਅਧਿਕਾਰ। ਤਾਂ ਇਹ ਸਾਰੇ ਅਧਿਕਾਰ ਦਿੰਦਾ ਬਈ, ਤਾਂ ਆਨਸਰ ਆ ਜਾਊਗਾ ਜੀ ਡੀ ਆਨਸਰ। 68 ਨੰਬਰ ਕੁਐਸਚਨ ਦੇਖ ਲੈਣੇ ਆ। ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਮਨੁੱਖਾਂ ਦੇ ਵਪਾਰ ਤੇ ਜਬਰੀ ਮਜ਼ਦੂਰੀ ਨੂੰ ਵਰਜਿਤ ਕਰ ਦਿੰਦਾ ਹੈ ਨਾ? ਤੇ ਆਨਸਰ ਆਊਗਾ ਜੀ ਆਰਟੀਕਲ ਨੰਬਰ 23। ਮੈਂ ਤੁਹਾਨੂੰ ਇਹ ਕਰਵਾ ਚੁੱਕਿਆ ਪਹਿਲਾਂ ਇਹ, ਠੀਕ ਹੈ। ਤੇ ਤੁਸੀਂ ਲਾਸਟ ਵੀਡੀਓ ਜਿਹੜੀ ਮੌਲਿਕ ਅਧਿਕਾਰਾਂ ਦੀ ਵੀਡੀਓ ਹੈਗੀ, 2 ਵੀਡੀਓਜ਼ ਮੈਂ ਮੌਲਿਕ ਅਧਿਕਾਰਾਂ ਦੀ ਪਾਈਆਂ ਨੇ, ਤੁਸੀਂ ਉਹ ਦੇਖ ਸਕਦੇ ਹੋ ਉਹਦੇ ਵਿੱਚ, ਠੀਕ ਹੈ। ਤਾਂ ਆਰਟੀਕਲ ਨੰਬਰ 23 ਹੈ ਇਹ ਆਨਸਰ। ਵੀ ਅਸੀਂ ਕਿਸੇ ਤੋਂ ਜ਼ਬਰਦਸਤੀ ਬਗਾਰ ਜਾਂ ਉਦੋਂ ਉਹਦਾ ਮਨੁੱਖੀ ਵਪਾਰ ਜਿਹੜਾ ਉਹ ਨਹੀਂ ਕਰ ਸਕਦੇ ਹੈਗੇ। 69 ਨੰਬਰ ਕੁਐਸਚਨ ਦੇਖ ਲੈਣੇ। ਧਰਮ ਦੀ ਸੁਤੰਤਰਤਾ ਦਾ ਅਧਿਕਾਰ ਸੁਰੱਖਿਅਤ ਕਰਦਾ ਹੈ ਕਿਹੜਾ? ਠੀਕ ਹੈ। ਤਾਂ ਇਹ ਤੁਹਾਨੂੰ ਪਤਾ ਵੀ 25 ਤੋਂ ਲੈ ਕੇ 28 ਆਰਟੀਕਲ ਦੇ ਵਿੱਚ ਧਾਰਮਿਕ ਸੁਤੰਤਰਤਾ ਦੀ ਗੱਲ ਕੀਤੀ ਜਾਂਦੀ ਹੈ। ਤਾਂ ਆਰਟੀਕਲ ਨੰਬਰ 25 ਆਊਗਾ, ਜਿਹੜਾ ਵਿਅਕਤੀਆਂ ਨੂੰ ਸੁਤੰਤਰ ਕਰਦਾ ਹੈਗਾ ਧਾਰਮਿਕ ਤੌਰ ਤੇ, ਵੀ ਅਸੀਂ ਕਿਸੇ ਧਰਮ ਨੂੰ ਮੰਨੀਏ ਜਾਂ ਨਾ ਮੰਨੀਏ, ਮੇਰੀ ਮਰਜ਼ੀ, ਮੈਂ ਮੰਨਾਂ ਜਾਂ ਨਾ ਮੰਨਾਂ, ਮੈਂ ਕਿਸੇ ਧਰਮ ਦੇ ਅਨੁਸਾਰ ਆਸਨਾ ਕਰਾਂ, ਉਪਾਸਨਾ ਕਰਾਂ, ਜੋ ਮੇਰੀ ਇੱਛਾ ਹੈ ਨਾ। ਤਾਂ ਇਹਦਾ ਵਰਣਨ ਕੀਤਾ ਗਿਆ ਆਰਟੀਕਲ ਨੰਬਰ ਸਾਡੇ 25 ਦੇ ਵਿੱਚ। 70 ਨੰਬਰ ਆਰਟੀਕਲ। ਸਵਰਨ ਸਿੰਘ ਕਮੇਟੀ ਨੇ ਸਿਫਾਰਿਸ਼ ਕੀਤੀ ਸੀ। ਸਵਰਨ ਸਿੰਘ ਕਮੇਟੀ ਤੁਹਾਨੂੰ ਪਤਾ ਹੈ ਜੀ, ਤਾਂ ਇਹਨੇ ਕਾਹਦੀ ਸਿਫਾਰਿਸ਼ ਕੀਤੀ ਸੀ? ਇਹਨੇ ਮੌਲਿਕ ਕਰਤੱਵਾਂ ਦੀ ਸਿਫਾਰਿਸ਼ ਕੀਤੀ ਸੀ। ਤਾਂ ਸਾਨੂੰ ਪਤਾ ਹੈ ਵੀ ਮੌਲਿਕ ਕਰਤੱਵ ਜਿਹੜੇ ਸਾਡੇ 42 ਅਮੈਂਡਮੈਂਟ ਜਿਹੜੀ ਸਾਡੀ 1976 ਦੇ ਵਿੱਚ ਹੋਈ ਸੀ, ਇਹਦੇ ਤਹਿਤ ਇਹਨੂੰ ਸ਼ਾਮਿਲ ਕੀਤਾ ਗਿਆ ਮੌਲਿਕ ਕਰਤੱਵਾਂ ਨੂੰ। ਇਹਨੂੰ ਸਾਡੇ ਸੰਵਿਧਾਨ ਦੇ ਭਾਗ ਨੰਬਰ 4A ਤੇ ਆਰਟੀਕਲ ਨੰਬਰ 51 ਇਹਦੇ ਸ਼ਾਮਿਲ ਕੀਤਾ ਗਿਆ। ਪਹਿਲਾਂ ਸਾਡੇ ਕਿੰਨੇ ਸੀ ਇਹ? ਪਹਿਲਾਂ 11, ਪਹਿਲਾਂ 10 ਸੀਗੇ, ਤੇ ਹੁਣ ਕਿੰਨੇ ਨੇ? ਸਾਡੇ 11 ਨੇ। ਤਾਂ 11ਵਾਂ ਕਿਹੜਾ ਵੀ 86 ਅਮੈਂਡਮੈਂਟ ਦੇ ਤਹਿਤ ਕਿਹੜਾ ਕੀਤਾ ਗਿਆ ਸੀ? 6 ਤੋਂ ਲੈ ਕੇ 14 ਸਾਲ ਦੇ ਜਿਹੜੇ ਬੱਚੇ ਨੇ ਉਹਨਾਂ ਲਈ ਮੁਫਤ ਤੇ ਜ਼ਰੂਰੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ, ਠੀਕ ਹੈ। 71 ਨੰਬਰ ਕੁਐਸਚਨ ਦੇਖ ਲੈਂਦੇ ਆ। ਭਾਰਤ ਦੇ ਮੌਲਿਕ ਕਰਤੱਵਾਂ ਨੂੰ ਇਸ ਸੰਵਿਧਾਨ ਤੋਂ ਉਧਾਰ ਲਿਆ ਗਿਆ ਹੈ, ਕਿਹੜੇ ਤੋਂ ਲਿਆ ਗਿਆ ਜੀ? ਤਾਂ ਇਹ ਲਿਆ ਗਿਆ ਸੀਗਾ USSR। ਤਾਂ ਲੱਭ ਲਓ ਕਿੱਥੇ ਜੀ USSR, ਜਿਹਨੂੰ ਅੱਜ ਕੱਲ੍ਹ ਅਸੀਂ ਰਸ਼ੀਆ ਦੇ ਨਾਮ ਨਾਲ ਜਾਣਦੇ ਹੁੰਦੇ ਹਾਂ, ਮਤਲਬ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਸ਼ੀਆ। 72 ਨੰਬਰ ਕੁਐਸਚਨ ਦੇਖ ਲੈਂਦੇ ਆ। ਇੱਥੇ 72 ਨੰਬਰ ਕੁਐਸਚਨ ਹੈ ਜੀ, ਦੇਖੋ 1945 ਦੇ ਵਿੱਚ ਇਸ ਦੀ ਉਤਪਤੀ ਸਮੇਂ UN ਦੇ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਸੀ? ਤਾਂ ਸਟਾਰਟਿੰਗ ਤੋਂ ਇਹ 50 ਸੀਗੀ, ਪਰ ਇੱਕ ਮੈਂਬਰ ਬਾਅਦ ਚ ਪੋਲੈਂਡ ਜੁੜ ਗਿਆ ਸੀ, ਇਹਦਾ ਮਤਲਬ ਕੁੱਲ ਗਿਣਤੀ ਇਹਨਾਂ ਦੀ ਕਿੰਨੀ ਸੀ? 51 ਸੀਗੀ। UN ਦਾ ਹੈੱਡਕੁਆਟਰ ਕਿੱਥੇ ਹੈ ਹਨਾ? ਤਾਂ UN ਬਾਰੇ ਕੁਐਸਚਨ ਕਾਫੀ ਜ਼ਿਆਦਾ ਪੁੱਛੇ ਜਾਂਦੇ ਹੁੰਦੇ ਨੇ ਬਈ, ਤੇ ਯਾਦ ਰੱਖਣਾ ਇਹ। ਤਾਂ UN ਦਾ ਹੈੱਡਕੁਆਟਰ ਪੁੱਛੂਗਾ ਤਾਂ UN ਦਾ ਹੈੱਡਕੁਆਟਰ ਹੈਗਾ ਨਿਊਯਾਰਕ ਦੇ ਵਿੱਚ। ਇਹਦੇ 6 ਅੰਗ ਨੇ,
6 ਦੇ ਵਿੱਚੋਂ 5 ਅੰਗਾਂ ਦਾ ਹੈੱਡਕੁਆਟਰ ਨਿਊਯਾਰਕ ਦੇ ਵਿੱਚ ਹੈ, ਇੱਕ ਦਾ ਹੈੱਡਕੁਆਟਰ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ, ਇਹਦਾ ਹੈੱਡਕੁਆਟਰ ਤੁਸੀਂ ਦੱਸਣਾ ਇਹਦਾ ਹੈੱਡਕੁਆਟਰ ਕਿੱਥੇ ਹੈਗਾ। 74 ਨੰਬਰ ਕੁਐਸਚਨ ਦੇਖ ਲੈਣੇ ਆ। ਯੂਐਨਓ ਦੇ ਵਿੱਚ ਕਿਹੜੇ ਦੇਸ਼ ਕੋਲ ਵੀਟੋ ਪਾਵਰ ਨਹੀਂ ਹੈ? ਹੁਣ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀਗਾ ਵੀ ਯੂਐਸਏ ਕੋਲ ਵੀਟੋ ਪਾਵਰ ਹੈਗੀ ਹੈ, ਰੂਸ ਕੋਲ ਵੀਟੋ ਪਾਵਰ ਹੈਗੀ ਹੈ, ਫਰਾਂਸ ਕੋਲ ਵੀਟੋ ਪਾਵਰ ਹੈਗੀ ਹੈ, ਠੀਕ ਹੈ, ਤੇ 2 ਦੇਸ਼ ਹੋਰ ਨੇ ਜੀ, ਯੂਕੇ ਕੋਲ ਵੀਟੋ ਪਾਵਰ ਹੈ ਤੇ ਇੱਕ ਤੁਹਾਡਾ ਚੀਨ ਕੋਲ ਵੀਟੋ ਪਾਵਰ ਹੈ। ਤਾਂ ਇਹਨਾਂ ਚੋਂ ਦੇਖ ਲਓ ਕਿਹੜਾ ਜੀ ਕੁਐਸਚਨ ਹਰ ਵਾਰ ਪੁੱਛਿਆ ਗਿਆ ਪੇਪਰ ਦੇ ਵਿੱਚ। ਤਾਂ ਅਮਰੀਕਾ ਕੋਲ ਵੀ ਹੈਗੀ ਹੈ, ਚੀਨ ਕੋਲ ਵੀ ਹੈਗੀ ਹੈ, ਫਰਾਂਸ ਕੋਲ ਵੀ ਹੈਗੀ ਹੈ, ਆਸਟ੍ਰੇਲੀਆ ਕੋਲ ਪਾਵਰ ਨਹੀਂ ਹੈ, ਤਾਂ ਇਹਦਾ ਆਨਸਰ ਆ ਜਾਊਗਾ ਆਸਟ੍ਰੇਲੀਆ। ਅੱਜ ਦਾ ਲਾਸਟ ਕੁਐਸਚਨ ਹੈ ਇਹ। ILO ਦਾ ਕੁਐਸਚਨ ਦੁਬਾਰਾ ਰਿਪੀਟ ਹੋਇਆ ਹੋਇਆ ਹੈ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਜਿਹੜੀ ਹੈ ਸਟੈਬਲਿਸ਼ਮੈਂਟ 1919 ਦੇ ਵਿੱਚ ਹੋਈ ਸੀ ਇਹ। ਤਾਂ ਇਹਦਾ ਹੈੱਡਕੁਆਟਰ ਕਿੱਥੇ ਹੈ? ਰੋਮ ਦੇ ਵਿੱਚ, ਹੇਗ ਦੇ ਵਿੱਚ ਹੈ, ਜਿਨੇਵਾ ਦੇ ਵਿੱਚ ਜਾਂ ਫਿਰ ਪੈਰਿਸ ਦੇ ਵਿੱਚ। ਤਾਂ ਆਨਸਰ ਆਊਗਾ ਜੀ ਇਹਦਾ ਹੈਗਾ ਜਿਨੇਵਾ ਦੇ ਵਿੱਚ। ਤਾਂ ਇਹ ਸੀ ਤੁਹਾਡੇ ਵਾਸਤੇ ਟੌਪ 75 ਕੁਐਸਚਨ। ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਉਂਦੀ ਹੈ। ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਕੇ ਦੱਸਿਓ ਵੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ। ਕੋਈ ਕਮੀ ਪੇਸ਼ੀ ਹੋਵੇ ਤਾਂ ਉਹ ਵੀ ਦੱਸਿਓ। ਕਿਸ ਵੀਡੀਓਜ਼ ਨੂੰ ਆਪਾਂ ਜ਼ਿਆਦਾ ਹੋਰ ਬਣਾਇਆ ਜਾਵੇ, ਕਿਸ ਟੌਪਿਕ ਦੇ ਉੱਪਰ ਆਪਾਂ ਜ਼ਿਆਦਾ ਵੀਡੀਓ ਬਣਾ ਸਕਦੇ ਹਾਂਗੇ, ਤਾਂ ਕਮੈਂਟ ਬਾਕਸ 'ਚ ਤੁਸੀਂ ਇਹ ਵੀ ਦੱਸਣਾ ਹੈਗਾ। ਜੇ ਤੁਹਾਨੂੰ ਪਸੰਦ ਆਉਂਦੀ ਵੀਡੀਓ ਤਾਂ ਪਲੀਜ਼ ਇਹਨੂੰ, ਜੇ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ। ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਬਾਏ, ਥੈਂਕ ਯੂ।